ਯੂਥ ਨੂੰ ਵੀ ਜਿਹੜੀ ਅਪੀਲ ਆ ਕਿਸਾਨ ਜਥੇਬੰਦੀ ਵੱਲੋਂ ਲਗਾਤਾਰ ਕੀਤੀ ਗਈ ਹੈ ਤੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਜਿਹੜਾ ਵੱਡੇ ਪੱਧਰ ਤੇ ਜਿਹੜਾ ਕਿ ਇਹ ਜਿਹੜਾ ਭਾਰਤ ਬੰਦ ਆ ਉਹਨਾਂ ਵੱਲੋਂ ਸੱਦਾ ਦਿੱਤਾ ਗਿਆ ਉਹਨੂੰ ਕਾਫੀ ਸਮਰਥਨ ਮਿਲੂਗਾ। ਇਹ ਜਿਹੜਾ 27 ਤਰੀਕ ਦਾ ਭਾਵ ਭਲਕੇ ਬੰਦ ਹੋਣ ਜਾ ਰਿਹਾ, ਇਹਦਾ ਐਲਾਨ ਬਹੁਤ ਸਮਾਂ ਪਹਿਲਾਂ ਕਰ ਦਿੱਤਾ ਸੀ ਕਿਸਾਨ ਜਥੇਬੰਦੀਆਂ ਨੇ। ਲੋਕਾਂ ਨੂੰ ਵੀ ਉਹਨਾਂ ਨੇ ਅਪੀਲ ਕੀਤੀ ਸੀ ਕਿ ਤੁਸੀਂ ਕਿਰਪਾ ਕਰਕੇ ਆਪਦੇ ਪ੍ਰੋਗਰਾਮ ਉਸ ਤਰੀਕੇ ਨਾਲ ਬਣਾ ਲਵੋ ਕਿ ਤੁਹਾਨੂੰ ਕੋਈ ਤਕਲੀਫ ਨਾ ਹੋਵੇ। ਸਵੇਰੇ 6 ਵਜੇ ਤੋਂ ਸ਼ਾਮ ਦੇ 4 ਵਜੇ ਤੱਕ ਬੰਦ। ਜਦੋਂ ਪ੍ਰਸ਼ਾਂਤ ਕਿਸ਼ੋਰ ਇੱਥੇ ਉਹਨਾਂ ਦੀ ਚੋਣ ਮੁਹਿੰਮ ਵਾਸਤੇ ਉਹਨਾਂ ਦਾ ਸਲਾਹਕਾਰ ਲੱਗਿਆ ਜੀ, ਕੁਝ ਮਹੀਨੇ ਜਾਇਜ਼ਾ ਲੈਣ ਤੋਂ ਬਾਅਦ ਪ੍ਰਸ਼ਾਂਤ ਕਿਸ਼ੋਰ ਨੂੰ ਲੱਗਿਆ ਕਿ ਕੈਪਟਨ ਸਾਹਿਬ ਦੀ ਅਗਵਾਈ ਵਿੱਚ ਪੰਜਾਬ ਵਿੱਚ ਦੁਬਾਰਾ ਸੱਤਾ ਦੀ ਪੌੜੀ ਨਹੀਂ ਚੜ੍ਹਿਆ ਜਾ ਸਕਦਾ। ਉਹਨਾਂ ਨੇ ਆਪਣੀ ਰਿਪੋਰਟ ਜਾ ਕੇ ਕਾਂਗਰਸ ਹਾਈ ਕਮਾਨ ਨੂੰ ਦੱਸੀ। ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਦਾ ਸੂਬਾ ਪ੍ਰਧਾਨ ਥਾਪ ਦਿੱਤਾ। ਸਿੱਧੂ ਨੂੰ ਬਣਾਉਣ ਤੋਂ ਬਾਅਦ ਸ਼ਾਇਦ ਕੁਝ ਨਾ ਕੁਝ ਤਬਦੀਲੀ ਆ ਜਾਵੇ। ਇਹ ਮਿਲ ਕੇ ਚੱਲਣ ਦੀ ਬਜਾਏ ਇਹਨਾਂ ਨੇ ਇੱਕ ਦੂਜੇ ਦੇ ਵਿਰੁੱਧ ਤਲਵਾਰਾਂ ਕੱਢ ਲਈਆਂ। ਕੈਪਟਨ ਸਾਹਿਬ ਹੁਣ ਉਮਰ ਪੱਖੋਂ ਭਾਵੇਂ ਜੋ ਮਰਜ਼ੀ ਕਹੀ ਜਾਣ, 95 ਸਾਲਾ ਬਾਦਲ ਸਾਹਿਬ ਵੀ ਕਹੀ ਜਾਂਦੇ ਆ ਕਿ ਮੈਂ ਤਾਂ ਬੜਾ ਜਵਾਨ ਹੈ ਕਾਕਾ, ਅਜੇ ਕੋਈ ਫਿਕਰ ਨਾ ਕਰੋ। ਸੋ ਉਮਰ ਦਾ ਇੱਕ ਤਕਾਜ਼ਾ ਹੁੰਦਾ ਹੈਗਾ। ਜਦੋਂ ਕੁਰਸੀ ਤੇ ਨਹੀਂ ਹੁੰਦੇ ਉਦੋਂ ਕਹਿਣਗੇ ਮੇਰੀ ਤਾਂ ਜੀ ਆਖਰੀ ਚੋਣ ਹੈ ਇਹ, ਇਸ ਤੋਂ ਬਾਅਦ ਮੈਂ ਚੋਣ ਨਹੀਂ ਲੜਨੀ। ਪਰ ਜਦੋਂ ਕੁਰਸੀ ਤੇ ਬਹਿ ਜਾਂਦੇ ਨੇ, ਕੁਰਸੀ ਦਾ ਮੋਹ ਤੇ ਪਾਲੇ ਵਿੱਚ ਰਜਾਈ ਦਾ, ਇਹ ਦੋਨੇ ਚੀਜ਼ਾਂ ਨੂੰ ਤਿਆਗਣਾ ਬਹੁਤ ਮੁਸ਼ਕਲ ਹੋਇਆ ਕਰਦਾ ਹੈਗਾ। ਕਾਂਗਰਸ ਵਿਧਾਇਕ ਦਲ ਦੇ ਮੁਖੀ ਸੀ ਕੈਪਟਨ ਅਮਰਿੰਦਰ ਸਿੰਘ। ਉਹਨਾਂ ਨੂੰ ਅਗਲੇ ਦਿਨ ਜਦੋਂ ਇਹ ਮੀਟਿੰਗ ਹੋਣੀ ਸੀ 10 ਵਜੇ ਸਮਝ ਆਇਆ ਕਿ ਮੇਰੇ ਨਾਲ, ਮੈਂ ਮੁਖੀ ਹਾਂ ਵਿਧਾਇਕ ਦਲ ਦਾ ਤੇ ਮੈਨੂੰ ਦੱਸਿਆ ਤੱਕ ਨਹੀਂ ਤੇ ਮੀਟਿੰਗ ਸੱਦ ਲਈ ਗਈ। ਉਹਨਾਂ ਨੇ ਕੁੱਲ ਹਿੰਦ ਕਾਂਗਰਸ ਹਾਈ ਕਮਾਨ ਬੀਬੀ ਸੋਨੀਆ ਗਾਂਧੀ ਨੂੰ ਗੱਲ ਕੀਤੀ ਤਾਂ ਸੋਨੀਆ ਗਾਂਧੀ ਨੇ ਜੋ ਕੈਪਟਨ ਸਾਹਿਬ ਆਪਣੇ ਮੂੰਹੋਂ ਕਹਿੰਦੇ, ਉਹਨਾਂ ਨੇ ਕਿਹਾ ਸੌਰੀ ਅਮਰਿੰਦਰ, ਅਸਤੀਫਾ ਦੇ ਦਿਓ। ਕੈਪਟਨ ਸਾਹਿਬ ਨੂੰ ਕਹਿ ਰਹੇ ਨੇ ਕਿ ਮੈਨੂੰ ਬਹੁਤ ਬੇਇੱਜ਼ਤ ਕਰਕੇ ਕੱਢਿਆ ਗਿਆ। ਵਿਧਾਇਕ ਦਲ ਦੇ ਨੇਤਾ ਨੇ ਸੁਖਜਿੰਦਰ ਸਿੰਘ ਰੰਧਾਵਾ ਤੇ ਚਰਨਜੀਤ ਸਿੰਘ ਓਪੀ ਸੋਨੀ ਜੀ ਹੁਣ 15 ਨਵੇਂ ਚਿਹਰੇ ਉਹਨਾਂ ਦੀ ਵਜ਼ਾਰਤ ਦੇ ਵਿੱਚ ਅੱਜ 4:30 ਵਜੇ ਹਲਫ ਲੈਣ ਜਾ ਰਹੇ ਨੇ, ਜਿਨ੍ਹਾਂ ਦੇ ਵਿੱਚੋਂ 7 ਨਵੇਂ ਚਿਹਰੇ ਨੇ। ਕੈਪਟਨ ਸਾਹਿਬ ਨੇ ਰਾਟੇ ਹੋ ਲਾਈ ਵੀ ਸੀ, ਮੈਂ ਤਾਂ 85% ਹੁਣ ਪਿਛਲੇ ਕੁਝ ਦਿਨਾਂ ਤੋਂ ਇਹ ਸ਼ੁਰੂ ਕਰਤਾ ਸੀ, 93% ਵਾਅਦੇ ਪੂਰੇ ਕਰ ਦਿੱਤੇ ਨੇ। ਉਹ 93% ਵਾਅਦੇ ਕਿਵੇਂ ਪੂਰੇ ਹੋਏ ਕਿਸੇ ਨੂੰ ਕੁਝ ਨਹੀਂ ਪਤਾ ਹੈਗਾ, ਕਿਸੇ ਦਾ ਬਿਲਕੁਲ ਵੀ ਚੇਤਾ ਤੱਕ ਨਹੀਂ ਹੈਗਾ। ਸਤਿ ਸ਼੍ਰੀ ਅਕਾਲ ਜੀ, ਮੈਂ ਰੀਨਾ ਧੀਮਾਨ ਤੇ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਨਿਊਜ਼ ਬਿਹਾਈਂਡ ਨਿਊਜ਼। ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਵੱਖ-ਵੱਖ ਵਿਸ਼ਿਆਂ ਨੂੰ ਲੈ ਕੇ ਚਰਚਾ ਕਰਦੇ ਹਾਂ। ਚਰਚਾ ਕਰਾਂਗੇ ਜੋ ਕਿ ਹਾਲ ਹੀ ਦੇ ਵਿੱਚ ਜੇ ਕਿ ਮੰਤਰੀ ਮੰਡਲ ਨੂੰ ਲੈ ਕੇ ਕਾਫੀ ਚਰਚਾਵਾਂ ਚੱਲ ਰਹੀ ਸੀ, ਕਾਫੀ ਚਿਹਰੇ ਸਾਹਮਣੇ ਆ ਰਹੇ ਸੀ, ਉਸ ਤੇ ਗੱਲਬਾਤ ਕਰਾਂਗੇ ਤੇ ਨਾਲ ਹੀ ਗੱਲਬਾਤ ਕਰਾਂਗੇ ਜੋ ਰਾਮਾ ਮੰਡੀ ਦੇ ਵਿੱਚ ਸੁਖਬੀਰ ਸਿੰਘ ਬਾਦਲ ਦਾ ਘਿਰਾਓ ਕੀਤਾ ਗਿਆ। ਆਖਰ ਕਿਉਂ ਸੁਖਬੀਰ ਬਾਦਲ ਦਾ ਘਿਰਾਓ ਕੀਤਾ ਗਿਆ, ਇਸੇ ਗੱਲਬਾਤ ਕਰਾਂਗੇ ਤੇ ਨਾਲ ਹੀ ਗੱਲਬਾਤ ਕਰਾਂਗੇ ਜੋ ਕਿ 27 ਸਤੰਬਰ ਨੂੰ ਕਿਸਾਨ ਜਥੇਬੰਦੀ ਦੇ ਵੱਲੋਂ ਭਾਰਤ ਬੰਦ ਦਾ ਐਲਾਨ ਕੀਤਾ ਗਿਆ ਸੀ। ਜੇਕਰ ਤੁਸੀਂ ਵੀ ਇਹਨਾਂ ਵਿਸ਼ਿਆਂ ਤੇ ਆਪਣੀ ਰਾਏ ਰੱਖਣਾ ਚਾਹੁੰਦੇ ਹੋ ਤਾਂ ਲਗਾਤਾਰ ਸਕਰੀਨ ਦੇ ਉੱਪਰ ਨੰਬਰ ਫਲੈਸ਼ ਹੋ ਰਹੇ ਨੇ, ਤੁਸੀਂ ਉਹਨਾਂ ਤੇ ਸੰਪਰਕ ਕਰਕੇ ਆਪਣੀ ਰਾਏ ਜਿਹੜੀ ਕਿ ਸਾਡੇ ਨਾਲ ਸਾਂਝੀ ਕਰ ਸਕਦੇ ਹੋ। ਇਹਨਾਂ ਪੂਰੇ ਵਿਸ਼ਿਆਂ ਤੇ ਗੱਲਬਾਤ ਕਰਨ ਲਈ ਸਾਡੇ ਨਾਲ ਸਟੂਡੀਓ 'ਚ ਮੌਜੂਦ ਨੇ ਸੀਨੀਅਰ ਪੱਤਰਕਾਰ ਜਸਪਾਲ ਸਿੰਘ ਢਿੱਲੋਂ ਜੀ। ਸਭ ਤੋਂ ਪਹਿਲਾਂ ਅਸੀਂ ਉਹਨਾਂ ਦਾ ਸਵਾਗਤ ਕਰਦੇ ਹਾਂ। ਢਿੱਲੋਂ ਜੀ, ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਸ਼ੁਕਰੀਆ, ਮਿਹਰਬਾਨੀ ਜੀ। ਸੋ ਲਗਾਤਾਰ ਜਿਹੜਾ ਮੰਤਰੀ ਮੰਡਲ ਦੇ ਵਿੱਚ ਫੇਰ ਬਦਲ ਨੂੰ ਲੈ ਕੇ ਕਾਫੀ ਜਿਹੜੀਆਂ ਕਿ ਚਰਚਾਵਾਂ ਵੀ ਚੱਲ ਰਹੀਆਂ ਸੀ, ਕਾਫੀ ਦੇਖਿਆ ਜਾ ਰਿਹਾ ਸੀ ਕਿ ਕਿਸ ਤਰੀਕੇ ਨਾਲ ਜਿਹੜਾ ਕਿ ਮੰਤਰੀ ਮੰਡਲ ਦਾ ਜਿਹੜਾ ਬਣਾਇਆ ਜਾਵੇ, ਕਿਉਂਕਿ ਹਾਈ ਕਮਾਨ ਵੱਲੋਂ ਕਦੇ ਮੋਹਰ ਲਗਾਈ ਜਾਂਦੀ ਸੀ, ਕਈ ਵਾਰ ਸਵਾਲ ਵੀ ਖੜੇ ਕੀਤੇ ਜਾਂਦੇ ਸੀ, ਪਰ ਇਸ ਵਾਰ ਜਿਹੜਾ ਕਿ 7 ਜਿਹੜੇ ਮੰਤਰੀ ਦੇ ਚਿਹਰੇ ਸਾਹਮਣੇ ਆਏ ਨੇ। ਢਿੱਲੋਂ ਜੀ, ਤੁਸੀਂ ਕਿੱਦਾਂ ਦੇਖਦੇ ਹੋ? ਦੇਖੋ, ਬੜੇ ਲੰਬੇ ਸਮੇਂ ਤੋਂ ਕਿਆਸਰੀਆਂ ਚੱਲ ਰਹੀਆਂ ਸੀ ਕਿ ਕਾਂਗਰਸ ਵਿੱਚ ਮੰਤਰੀਆਂ ਦਾ ਫੇਰ ਬਦਲ ਹੋਵੇਗਾ ਜੀ। ਬਹੁਤ ਸਾਰੇ ਮੰਤਰੀ ਇਹੋ ਜਿਹੇ ਸਨ ਜਿਨ੍ਹਾਂ ਦੀ ਹਰ ਮੱਸਿਆ ਬਦਨਾਮੀ ਹੁੰਦੀ ਹੈ। ਉਹਨਾਂ ਨੇ ਭਾਵੇਂ ਅਮਰਿੰਦਰ ਸਿੰਘ ਹੋਰੀ ਵੀ ਸੀਗੇ ਜਦੋਂ ਕੈਪਟਨ ਸਾਹਿਬ ਮੁੱਖ ਮੰਤਰੀ, ਉਸ ਵੇਲੇ ਵੀ ਹਾਈ ਕਮਾਨ ਨੇ ਇਹਨਾਂ ਨੂੰ ਬੁਲਾ ਕੇ ਕਿਹਾ ਸੀ ਕਿ ਕੁਝ ਮੰਤਰੀ ਤੁਹਾਡੇ ਨੇ ਜਿਨ੍ਹਾਂ ਦੀ ਪੈਰ ਦੇ ਉੱਤੇ ਬਦਨਾਮੀ ਹੋਈ ਵੀ ਹੈ, ਇਹਨਾਂ ਨੂੰ ਤੁਸੀਂ ਕਿਰਪਾ ਕਰਕੇ ਹਟਾ ਦਿਓ। ਗੱਲਬਾਤ ਚੱਲੀ, ਉਹਨਾਂ ਦੀਆਂ ਮਜਬੂਰੀਆਂ
ਸਨ ਰਾਜਨੀਤਿਕ ਪਤਾ ਨਹੀਂ ਕੀ ਸੀ ਕੀ ਨਹੀਂ, ਉਹ ਹਾਈ ਕਮਾਨ ਦੀ ਗੱਲ ਨੂੰ ਚੰਗੀ ਤਰ੍ਹਾਂ ਸਮਝ ਨਾ ਸਕੇ। ਜਦੋਂ ਪ੍ਰਸ਼ਾਂਤ ਕਿਸ਼ੋਰ ਇੱਥੇ ਉਹਨਾਂ ਦੀ ਚੋਣ ਮੁਹਿੰਮ ਵਾਸਤੇ ਉਹਨਾਂ ਦਾ ਸਲਾਹਕਾਰ ਲੱਗਿਆ ਜੀ, ਕੁਝ ਮਹੀਨੇ ਜਾਇਜ਼ਾ ਲੈਣ ਤੋਂ ਬਾਅਦ ਪ੍ਰਸ਼ਾਂਤ ਕਿਸ਼ੋਰ ਨੂੰ ਲੱਗਿਆ ਕਿ ਕੈਪਟਨ ਸਾਹਿਬ ਦੀ ਅਗਵਾਈ ਵਿੱਚ ਪੰਜਾਬ ਵਿੱਚ ਦੁਬਾਰਾ ਸੱਤਾ ਦੀ ਪੌੜੀ ਨਹੀਂ ਚੜ੍ਹਿਆ ਜਾ ਸਕਦਾ। ਉਹਨਾਂ ਨੇ ਆਪਣੀ ਰਿਪੋਰਟ ਜਾ ਕੇ ਕਾਂਗਰਸ ਹਾਈ ਕਮਾਨ ਨੂੰ ਦੱਸੀ। ਕਾਂਗਰਸ ਹਾਈ ਕਮਾਨ ਨੇ ਇਹਨਾਂ ਦਾ ਮਨਮੁਟਾਵ ਮਿਟਾਉਣ ਦੇ ਲਈ ਇੱਕ 3 ਮੈਂਬਰੀ ਕਮੇਟੀ ਬਣਾਈ, ਜਿਹਦੇ ਵਿੱਚ ਮਲਕ ਅਰਜਨ ਖੜਗੇ, ਮਿਸਟਰ ਅਗਰਵਾਲ, ਬੀਕੇ ਅਗਰਵਾਲ ਔਰ ਤੀਜੇ ਪੰਜਾਬ ਮਾਮਲਿਆਂ ਦੇ ਇੰਚਾਰਜ ਤੇ ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ ਜੀ। ਇਹ ਸੱਜਣ ਪਟਿਆਲੇ ਪੰਜਾਬ 'ਚ ਵੀ ਆਏ ਔਰ ਦਿੱਲੀ ਦੇ ਵਿੱਚ ਬੈਠ ਕੇ ਪੰਜਾਬ ਭਵਨ ਦੇ ਵਿੱਚ ਇਹਨਾਂ ਨੇ ਕਾਫੀ ਵਿਚਾਰ ਵਟਾਂਦਰਾ ਕੀਤਾ, ਕੱਲੇ ਵਿਧਾਇਕ ਨੂੰ ਸੁਣਿਆ। ਉਸ ਤੋਂ ਬਾਅਦ ਉਹਨਾਂ ਨੇ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਦਾ ਸੂਬਾ ਪ੍ਰਧਾਨ ਥਾਪ ਦਿੱਤਾ, ਜਿਹਨੂੰ ਲੈ ਕੇ ਕਾਫੀ ਚਰਚਾ ਚੱਲਦੀ ਰਹੀ ਔਰ ਲੱਗਦਾ ਸੀ ਕਿ ਨਵੀਂ ਜਿਹੜਾ ਸਿੱਧੂ ਨੂੰ ਬਣਾਉਣ ਤੋਂ ਬਾਅਦ ਸ਼ਾਇਦ ਕੁਝ ਨਾ ਕੁਝ ਤਬਦੀਲੀ ਆ ਜਾਵੇ। ਇਹ ਮਿਲ ਕੇ ਚੱਲਣ ਦੀ ਬਜਾਏ ਇਹਨਾਂ ਨੇ ਇੱਕ ਦੂਜੇ ਦੇ ਵਿਰੋਧੀ ਤਲਵਾਰਾਂ ਕੱਢ ਲਈਆਂ। ਜਿੱਦਣ ਨਵਜੋਤ ਸਿੰਘ ਸਿੱਧੂ ਨੇ 23 ਜੁਲਾਈ ਨੂੰ ਆਪਣਾ ਕਾਰਜਭਾਰ ਸੰਭਾਲਿਆ, ਉਦੋਂ ਜੋ ਘਟਨਾਕ੍ਰਮ ਵਾਪਰਿਆ, ਉਸ ਤੋਂ ਲੱਗਦਾ ਸੀ ਕਿ ਇਹ ਹੁਣ ਮਿਲ ਕੇ ਚੱਲਣ ਵਾਲੀ ਗੱਲ ਨਹੀਂ ਲੱਗਦੀ। ਇਹ ਤਾਂ ਸਥਿਤੀ ਹੋਰ ਵੀ ਗੁੰਝਲਦਾਰ ਬਣ ਗਈ ਹੈ ਤੇ ਲੱਗਦਾ ਹੈ ਕਿ ਜਾਂ ਟਾਂਡਿਆਂ ਵਾਲੀ ਨਹੀਂ ਜਾਂ ਭਾਂਡਿਆਂ ਵਾਲੀ ਨਹੀਂ, ਦੋਹਾਂ ਸਿੱਧੂਆਂ ਚੋਂ ਇੱਕ ਸਿੱਧੂ ਹੈ ਨਹੀਂ ਜੀ। ਉਹਨਾਂ ਨੇ ਕੁੱਲ ਮਿਲਾ ਕੇ ਦੇਖਿਆ, ਪਿਛਲਾ ਤਜਰਬਾ ਦੇਖਿਆ, ਜਿਵੇਂ ਉਹਨਾਂ ਦੇ ਨਾਲ ਮੱਧ ਪ੍ਰਦੇਸ਼ 'ਚ ਵਾਪਰਿਆ, ਰਾਜਸਥਾਨ 'ਚ ਜਿਉਂ ਦਾ ਤਿਉਂ ਕਾਟੋ ਕਲੇਸ਼ ਚੱਲ ਰਿਹਾ ਹੈ। ਉਹਨਾਂ ਨੇ ਦੇਖਿਆ ਕਿ ਅਸੀਂ ਇੱਕ ਇੱਕ ਕਰਕੇ ਰਾਜਾਂ ਨੂੰ ਗਵਾਉਂਦੇ ਜਾ ਰਹੇ ਹਾਂ। ਮੇਰਾ ਖਿਆਲ ਇਹਦੇ ਵਿੱਚੋਂ ਫਿਰ ਇਹ ਉਪਜਿਆ ਕਿ ਕੈਪਟਨ ਸਾਹਿਬ ਹੁਣ ਉਮਰ ਪੱਖੋਂ ਭਾਵੇਂ ਜੋ ਮਰਜ਼ੀ ਕਹੀ ਜਾਣ, 95 ਸਾਲਾ ਬਾਦਲ ਸਾਹਿਬ ਵੀ ਕਹੀ ਜਾਂਦੇ ਆ ਕਿ ਮੈਂ ਤਾਂ ਬੜਾ ਜਵਾਨ ਹੈ ਕਾਕਾ, ਅਜੇ ਕੋਈ ਫਿਕਰ ਨਾ ਕਰੋ। ਸੋ ਉਮਰ ਦਾ ਇੱਕ ਤਕਾਜ਼ਾ ਹੁੰਦਾ ਹੈਗਾ। ਜਦੋਂ ਕੁਰਸੀ ਤੇ ਨਹੀਂ ਹੁੰਦੇ ਉਦੋਂ ਕਹਿਣਗੇ ਮੇਰੀ ਤਾਂ ਜੀ ਆਖਰੀ ਚੋਣ ਹੈ ਇਹ, ਇਸ ਤੋਂ ਬਾਅਦ ਮੈਂ ਚੋਣ ਨਹੀਂ ਲੜਨੀ। ਪਰ ਜਦੋਂ ਕੁਰਸੀ ਤੇ ਬਹਿ ਜਾਂਦੇ ਨੇ, ਕੁਰਸੀ ਦਾ ਮੋਹ ਤੇ ਪਾਲੇ ਵਿੱਚ ਰਜਾਈ ਦਾ, ਇਹ ਦੋਨੇ ਚੀਜ਼ਾਂ ਨੂੰ ਤਿਆਗਣਾ ਬਹੁਤ ਮੁਸ਼ਕਲ ਹੋਇਆ ਕਰਦਾ ਹੈਗਾ, ਜਿਸ ਕਰਕੇ ਉਹ ਜ਼ਿਆਦਾ ਮਤਲਬ ਚੱਲ ਨਹੀਂ ਸਕੇ। ਤੇ ਫਿਰ ਕੈਪਟਨ ਸਾਹਿਬ ਨੂੰ ਆਖਰ ਉਹਨਾਂ ਨੇ ਫੈਸਲਾ ਕੀਤਾ, ਕਿਉਂਕਿ ਜਿਹੜੇ 80 ਦੇ ਵਿੱਚੋਂ 80 ਵਿਧਾਇਕ ਬਾਰ-ਬਾਰ ਉਹਨਾਂ ਨੂੰ ਮਿਲ ਕੇ ਆਏ ਸੀ। ਮੇਰਾ ਖਿਆਲ ਹੈ ਕਿ ਬਹੁਤ ਗਿਣਤੀਆਂ ਨੇ ਕੈਪਟਨ ਸਾਹਿਬ ਦੀ ਕਾਰਗੁਜ਼ਾਰੀ ਤੇ ਸਵਾਲ ਖੜੇ ਕੀਤੇ ਕਿ ਨਾ ਇਹ ਬੰਦਾ ਕਿਸੇ ਨੂੰ ਮਿਲਦਾ ਹੈ, ਇਹਦੀ ਅਗਵਾਈ ਦੇ ਵਿੱਚ ਅਸੀਂ ਚੋਣ ਨਹੀਂ। ਤੇ ਬਹੁਤ ਸਾਰੀਆਂ ਬਦਨਾਮੀਆਂ ਇਹਨਾਂ ਨੇ, ਭਾਵੇਂ ਉਹ ਨਿੱਜੀ ਖੇਤਰ ਦੀਆਂ ਵੀ ਹੋਣ, ਤਾਂ ਵੀ ਆਪਦੇ ਗਲ 'ਚ ਪਾਈਆਂ ਹੋਈਆਂ ਨੇ, ਜਿਸ ਤੋਂ ਬਾਅਦ ਮਤਲਬ ਕਾਂਗਰਸ ਹਾਈ ਕਮਾਨ ਨੇ ਫੈਸਲਾ ਕੀਤਾ ਕਿ ਮੁੱਖ ਮੰਤਰੀ ਬਦਲਿਆ ਜਾਵੇ। ਪਿਛਲੇ ਦਿਨੀ ਉਹਨਾਂ ਨੇ ਇੱਕ ਟਵੀਟ ਕਰਕੇ ਸੁਨੇਹਾ ਭੇਜਿਆ ਕਿ 5 ਵਜੇ CLP ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ਹੋਣੀ ਆ। ਕਾਂਗਰਸ ਵਿਧਾਇਕ ਦਲ ਦੇ ਮੁਖੀ ਸੀ ਕੈਪਟਨ ਅਮਰਿੰਦਰ ਸਿੰਘ ਜੀ। ਉਹਨਾਂ ਨੂੰ ਅਗਲੇ ਦਿਨ ਜਦੋਂ ਇਹ ਮੀਟਿੰਗ ਹੋਣੀ ਸੀ 10 ਵਜੇ ਸਮਝ ਆਇਆ ਕਿ ਮੇਰੇ ਨਾਲ, ਮੈਂ ਮੁਖੀ ਹਾਂ ਵਿਧਾਇਕ ਦਲ ਦਾ, ਤੇ ਮੈਨੂੰ ਦੱਸਿਆ ਤੱਕ ਨਹੀਂ ਤੇ ਮੀਟਿੰਗ ਸੱਦ ਲਈ ਗਈ। ਉਹਨਾਂ ਨੇ ਕੁੱਲ ਹਿੰਦ ਕਾਂਗਰਸ ਹਾਈ ਕਮਾਨ ਬੀਬੀ ਸੋਨੀਆ ਗਾਂਧੀ ਨੂੰ ਗੱਲ ਕੀਤੀ ਤਾਂ ਸੋਨੀਆ ਗਾਂਧੀ ਨੇ ਜੋ ਕੈਪਟਨ ਸਾਹਿਬ ਆਪਣੇ ਮੂੰਹੋਂ ਕਹਿੰਦੇ, ਉਹਨਾਂ ਨੇ ਕਿਹਾ ਸੌਰੀ ਅਮਰਿੰਦਰ, ਅਸਤੀਫਾ ਦੇ ਦਿਓ ਜੀ ਜੀ। ਉਹਨਾਂ ਇਸ ਕਰਕੇ ਤੇ ਕੈਪਟਨ ਸਾਹਿਬ ਨੂੰ ਕਹਿ ਰਹੇ ਨੇ ਕਿ ਮੈਨੂੰ ਬਹੁਤ ਬੇਇੱਜ਼ਤ ਕਰਕੇ ਕੱਢਿਆ ਗਿਆ। ਕੈਪਟਨ ਸਾਹਿਬ ਨੇ ਕਦੇ ਇਹ ਕਿਉਂ ਨਹੀਂ ਸੋਚਿਆ ਕਿ ਜਿਹੜਾ 4.5 ਸਾਲ ਉਹਨਾਂ ਨੇ ਸਮਾਂ ਬਿਤਾਇਆ, ਉਹਨਾਂ ਦੇ ਰਾਜ ਦੇ ਵਿੱਚ ਕਿੰਨੇ ਕੁ ਵਿਧਾਇਕ ਤੇ ਵਰਕਰ ਬੇਇੱਜ਼ਤ ਹੋਏ, ਉਹਨਾਂ ਦੇ ਅਹਿਲਕਾਰਾਂ ਨੇ, ਅਫਸਰਾਂ ਨੇ ਟਿੱਚ ਜਾਣਿਆ, ਲੋਕਾਂ ਨੂੰ, ਵਿਧਾਇਕਾਂ ਨੂੰ ਮਤਲਬ ਬੇਇੱਜ਼ਤੀ ਕਰ ਕਰਕੇ ਤੋਰਦੇ ਸੀ। ਉਦੋਂ ਕੈਪਟਨ ਸਾਹਿਬ ਕਿਉਂ ਸੁੱਤੇ ਰਹੇ? ਉਹਨਾਂ ਕਿੱਥੇ ਸੀ ਉਹਨਾਂ ਦਾ ਖੁਫੀਆ ਢਾਂਚਾ? ਕਿੱਥੇ ਸੀ ਉਹ ਲੋਕ ਜਿਹੜੇ ਕਾਰਗੁਜ਼ਾਰੀ ਬਾਰੇ ਜਾਣਕਾਰੀ ਦਿੰਦੇ ਹੁੰਦੇ ਆ? ਉਹ ਪਾਸੇ ਜੇ ਅੱਜ ਕੀਤਾ ਗਿਆ, ਉਹਦੇ ਲਈ ਕੋਈ ਹੋਰ ਨਹੀਂ, ਕੈਪਟਨ ਸਾਹਿਬ ਆਪ ਤੇ ਉਹਨਾਂ ਦੀ ਜੁੰਡਲੀ ਜ਼ਿੰਮੇਵਾਰ ਹੈ। ਤਾਂ ਚਰਨਜੀਤ ਸਿੰਘ ਚੰਨੀ ਨੂੰ ਨਵਾਂ ਵਿਧਾਇਕ ਦਲ ਦਾ ਨੇਤਾ ਚੁਣ ਲਿਆ ਗਿਆ। ਉਹਨਾਂ ਦੇ ਨਾਲ 2 ਉਪ ਵਿਧਾਇਕ ਦਲ ਦੇ ਨੇਤਾ ਨੇ, ਸੁਖਜਿੰਦਰ ਸਿੰਘ ਰੰਧਾਵਾ ਤੇ ਚਰਨਜੀਤ ਸਿੰਘ OP ਸੋਨੀ ਜੀ ਜੀ। ਹੁਣ
15 ਨਵੇਂ ਚਿਹਰੇ ਉਹਨਾਂ ਦੀ ਵਜ਼ਾਰਤ ਦੇ ਵਿੱਚ ਅੱਜ 4:30 ਵਜੇ ਹਲਫ ਲੈਣ ਜਾ ਰਹੇ ਨੇ, ਜਿਨ੍ਹਾਂ ਦੇ ਵਿੱਚੋਂ 7 ਨਵੇਂ ਚਿਹਰੇ ਨੇ। ਇਹਨਾਂ ਵਿੱਚੋਂ ਸਾਬਕਾ ਹਾਕੀ ਖਿਡਾਰੀ ਤੇ ਕਾਂਗਰਸ ਦੇ ਸੂਬਾ ਜਨਰਲ ਸਕੱਤਰ ਪ੍ਰਗਟ ਸਿੰਘ, ਡਾਕਟਰ ਰਾਜ ਕੁਮਾਰ ਵੇਰਕਾ ਅੰਮ੍ਰਿਤਸਰ ਵਾਲੇ, ਕੁਲਜੀਤ ਸਿੰਘ ਨਾਗਰਾ ਫਤਿਹਗੜ੍ਹ ਸਾਹਿਬ ਤੋਂ, ਸੰਗਤ ਸਿੰਘ ਗਿਲਜੀਆਂ ਇਹ ਮੇਰੇ ਖਿਆਲ ਟਾਂਡੇ ਤੋਂ ਨੇ, ਉਸ ਸਾਈਡ ਤੋਂ ਨੇ, ਹੁਸ਼ਿਆਰਪੁਰ ਜ਼ਿਲ੍ਹੇ ਚੋਂ ਜੀ, ਗੁਰਕੀਰਤ ਸਿੰਘ ਕੋਟਲੀ ਖੰਨਾ, ਅਮਰਿੰਦਰ ਸਿੰਘ ਰਾਜਾ ਵੜਿੰਗ। ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਜਿਹੜਾ ਹਲਕਾ ਹੈਗਾ ਉਹ ਗਿੱਦੜਵਾ ਹੈ, ਜਿੱਥੇ ਬਾਦਲ ਸਾਹਿਬ ਨੇ ਵੀ ਕਈ ਵਾਰ ਚੋਣ ਜਿੱਤੀ ਹੈ ਜੀ। ਇਸ ਤੋਂ ਇਲਾਵਾ ਇੱਕ ਪੁਰਾਣੇ ਮੰਤਰੀ ਰਾਣਾ ਗੁਰਜੀਤ ਸਿੰਘ ਨੂੰ ਵੀ ਲੈ ਲਿਆ ਗਿਆ। ਉਹਨਾਂ ਦਾ ਵਿਰੋਧ ਕਾਫੀ ਪੱਧਰ ਦੇ ਉੱਤੇ ਪਹਿਲਾਂ ਸੁਖਪਾਲ ਸਿੰਘ ਖਹਿਰਾ ਕਰਦੇ ਸਨ, ਜਦੋਂ ਉਹ ਵਿਰੋਧੀ ਧਿਰ ਦੇ ਨੇਤਾ ਸਨ ਆਮ ਆਦਮੀ ਪਾਰਟੀ ਵੱਲੋਂ। ਉਹ ਹੁਣ ਅੱਜ ਕੱਲ੍ਹ ਕਾਂਗਰਸ 'ਚ ਸ਼ਾਮਲ ਹੋ ਗਏ ਨੇ ਜੀ। ਆ ਪਿੱਛੇ ਜਿਹੜਾ ਸਮਾਗਮ ਹੋਇਆ ਸੀ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਵਿੱਚ, ਉੱਥੇ ਉਹਨਾਂ ਨੇ ਜਿਹੜਾ ਹੈਗਾ ਸੁਖਪਾਲ ਖਹਿਰਾ ਵੀ ਤੇ ਰਾਣਾ ਗੁਰਜੀਤ ਸਮਾਗਮ 'ਚ ਹਾਜ਼ਰ ਸਨ। ਜੀ। ਲੱਗਦਾ ਹੈ ਕਿ ਚੰਨੀ ਸਾਹਿਬ ਨੇ ਇਹਨਾਂ ਦਾ ਆਪਸ ਵਿੱਚ ਦੀ ਕੋਈ ਤਾਲਮੇਲ ਬਹਾਉਣ ਦਾ ਯਤਨ ਕੀਤਾ ਹੋਵੇਗਾ। 5 ਮੰਤਰੀਆਂ ਦੀ ਛੁੱਟੀ ਕੀਤੀ ਗਈ, ਜਿਨ੍ਹਾਂ ਬਾਰੇ ਪਤਾ ਹੀ ਸੀ ਵੀ ਇਹਨਾਂ ਦੀ ਛੁੱਟੀ ਹੋਣੀ ਆ। ਉਹਨਾਂ ਦੇ ਵਿੱਚੋਂ ਸਭ ਤੋਂ ਪਹਿਲਾ ਨਾਂ ਆਉਂਦਾ ਪਟਿਆਲਾ ਜ਼ਿਲ੍ਹੇ ਚੋਂ ਨਾਭੇ ਤੋਂ ਸਾਧੂ ਸਿੰਘ ਧਰਮਸੋਤ ਦਾ ਜੀ। ਮੋਹਾਲੀ ਆਏ ਬਲਬੀਰ ਸਿੰਘ ਸਿੱਧੂ ਦਾ ਜਿਹੜੇ ਸਿਹਤ ਮੰਤਰੀ ਸੀ, ਤੇ ਸਾਧੂ ਸਿੰਘ ਜੰਗਲਾਤ ਮੰਤਰੀ ਸੀ ਜੀ। ਫਿਰ ਨਾਂ ਆਉਂਦਾ ਹੈਗਾ ਆ ਜਿਹੜਾ ਖੇਡਾਂ ਵਾਲਾ ਮੰਤਰੀ, ਖਾਸੀਆਂ ਖੇਡਾਂ ਕਰਦਾ ਸੀ, ਰਾਣਾ ਗੁਰਮੀਤ ਸੋਢੀ। ਤੀਜੇ ਨੰਬਰ ਤੇ ਉਹਦਾ ਨਾਂ ਹੈਗਾ ਜੀ। ਇਸ ਤੋਂ ਇਲਾਵਾ ਕਈ ਮਤਲਬ ਇਹਨਾਂ ਦੇ 2 ਹੋਰ ਮੰਤਰੀ ਨੇ ਜਿਹੜੇ ਉਹਨਾਂ ਨੂੰ ਪਾਸੇ ਕੀਤਾ ਗਿਆ, ਜਿਹੜੇ ਕਾਫੀ ਚਰਚਿਤ ਸਨ ਜੀ, ਜਿਨ੍ਹਾਂ ਦੇ ਬਾਰੇ ਕਾਫੀ ਚਰਚਾ ਦੇ ਵਿੱਚ ਚੱਲਦਾ ਸੀਗਾ ਕਿ ਇਹਨਾਂ ਨੂੰ ਹਟਾਉਣਾ ਲਗਭਗ ਤੈਅ ਆ, ਤੇ ਉਹਨਾਂ ਨੂੰ ਹਟਾ ਦਿੱਤਾ ਗਿਆ। ਜੀ। ਇਹ ਮੰਤਰੀ 5 ਦੀ ਜਿਹੜੀ ਛੁੱਟੀ ਹੋਈ ਹੈ ਆਪਾਂ ਦੇਖ ਰਹੇ ਹਾਂ। 3 ਤਾਂ ਮੈਂ ਨਾ ਗਿਣਤੇ, ਇਹਨਾਂ ਦੇ ਵਿੱਚ 2 ਹੈਗੇ ਨੇ, ਮੇਰਾ ਖਿਆਲ ਉਹਨਾਂ ਦੇ ਨਾਮ ਮੇਰੇ ਤੋਂ ਵਿਸਰ ਗਏ, ਬਾਅਦ ਦੇ ਵਿੱਚ ਦੱਸ ਦਿੰਦੇ ਆ ਜੀ। ਸੋ 5 ਬੰਦੇ ਵਜ਼ੀਰਾਂ ਦੀ ਹੈ ਜਿਹੜੀ ਉਹ ਇਸ ਵੇਲੇ ਛੁੱਟੀ ਹੋ ਚੁੱਕੀ ਹੈ। 7 ਨਵੇਂ ਚਿਹਰੇ ਇਸ ਮੰਤਰੀ ਮੰਡਲ ਦੇ ਵਿੱਚ ਸ਼ਾਮਲ ਹੋਣਗੇ। ਉਹ ਜਦੋਂ ਮੰਤਰੀ ਮੰਡਲ ਦੇ ਵਿੱਚ ਨਵੇਂ ਚਿਹਰੇ ਸ਼ਾਮਲ ਹੋਏ ਤਾਂ ਨਵੇਂ ਸਿਰੇ ਤੋਂ ਮਹਿਕਮਿਆਂ ਦੀ ਵੰਡ ਹੋਵੇਗੀ, ਕਿਹਦੇ ਕੋਲੇ ਕੀ ਜਾਂਦਾ ਹੈ ਇਹ ਪਤਾ ਲੱਗੇਗਾ। ਲੇਕਿਨ 7 ਚਿਹਰੇ ਜਿਹੜੇ ਪੁਰਾਣੇ ਨੇ ਉਹਨਾਂ ਨੂੰ ਰੱਖ ਲਿਆ ਗਿਆ ਹੈ, ਜਿਹਦੇ ਵਿੱਚੋਂ ਵਿਜੇਂਦਰ ਸਿੰਗਲਾ, ਤ੍ਰਿਪਤ ਰਜਿੰਦਰ ਬਾਜਵਾ, ਸੁਖ ਸਰਕਾਰੀਆ, ਅਰੁਣਾ ਚੌਧਰੀ, ਇੱਕ ਬੀਬੀ ਜਿਹੜੇ ਨੇ ਰਜ਼ੀਆ ਸੁਲਤਾਨਾ ਜੀ। ਇਹ ਪੁਰਾਣਿਆਂ ਦੇ ਵਿੱਚੋਂ ਇਹਨਾਂ ਨੂੰ ਰੱਖ ਲਿਆ ਗਿਆ। ਇੱਕ ਬ੍ਰਹਮਿੰਦਰਾ ਪੁਰਾਣਿਆਂ ਦੇ ਵਿੱਚੋਂ ਰੱਖੇ ਗਏ ਨੇ। ਪਹਿਲਾਂ ਬ੍ਰਹਮਿੰਦਰਾ ਬਾਰੇ ਚਰਚਾ ਸੀ ਕਿ ਉਹ 2 ਨੰਬਰ ਦੇ ਵਜ਼ੀਰ ਸਨ ਜੀ। ਹੁਣ ਉਹ ਚੌਥੇ ਨੰਬਰ ਤੇ ਜਾਣਗੇ, ਕਿਉਂਕਿ ਮੁੱਖ ਮੰਤਰੀ ਤੇ 2 ਉਪ ਮੁੱਖ ਮੰਤਰੀ ਪਹਿਲਾਂ ਸਹੁੰ ਚੁੱਕ ਚੁੱਕੇ ਨੇ ਜੀ। ਸੋ ਅੱਜ ਇਹ ਮੰਤਰੀਆਂ ਦਾ ਜਿਹੜਾ ਹੈਗਾ ਸਹੁੰ ਚੁੱਕਣ ਤੋਂ ਬਾਅਦ ਮੈਨੂੰ ਲੱਗਦਾ ਕਿ ਅੱਜ ਹੀ ਮੁੱਖ ਮੰਤਰੀ ਉਹਨਾਂ ਨੂੰ ਵਿਭਾਗਾਂ ਦੀ ਵੰਡ ਕਰ ਦੇਣਗੇ। ਇੱਕ ਗੁਰਪ੍ਰੀਤ ਸਿੰਘ ਕਾਂਗੜ ਦਾ ਵੀ ਨਾਂ ਹੈਗਾ ਜਿਹੜੇ ਛੱਡ ਕੇ ਗਏ ਨੇ ਜੀ। ਉਹਨਾਂ ਦੇ ਵਿੱਚ ਗੁਰਪ੍ਰੀਤ ਸਿੰਘ ਕਾਂਗੜ ਵੀ ਇੱਕ ਨਾਂ ਹੈਗਾ। ਤੇ ਅੱਜ ਹੀ ਮੈਨੂੰ ਲੱਗਦਾ ਕਿ ਇਹਨਾਂ ਦੇ ਵਿਭਾਗਾਂ ਦੀ ਵੰਡ ਕਰ ਦਿੱਤੀ ਜਾਵੇਗੀ। ਵਿਭਾਗਾਂ ਦੀ ਵੰਡ ਤੋਂ ਬਾਅਦ ਜਿਹੜਾ ਸੋਮਵਾਰ ਤੋਂ ਬਕਾਇਦਾ ਇਹ ਆਪੋ ਆਪਣੇ ਅਹੁਦੇ ਸੰਭਾਲ ਕੇ ਜਿਹੜੇ ਕਮਰੇ ਇਹਨਾਂ ਨੂੰ ਅਲਾਟ ਹੋਣਗੇ, ਮੇਰਾ ਖਿਆਲ ਜਿਹੜੇ ਪੁਰਾਣੇ ਹੈ ਉਹ ਤਾਂ ਪੁਰਾਣੇ ਕਮਰਿਆਂ 'ਚ ਹੀ ਰਹਿ ਜਾਣਗੇ, ਨਵਿਆਂ ਦੀ ਅਲਾਟਮੈਂਟ ਵਾਸਤੇ ਕੁਝ ਹੋਏਗਾ। ਸੋ ਰੀਨਾ ਇਹਦੇ ਵਿੱਚ ਮੰਤਰੀ ਮੰਡਲ ਦੇ ਵਿੱਚੋਂ ਤਬਦੀਲੀ ਆਈ ਹੈ। ਤਬਦੀਲੀ ਆਉਣ ਤੋਂ ਬਾਅਦ ਮਤਲਬ ਕਾਂਗਰਸ ਦੇ ਕੋਲੇ ਸਮਾਂ ਬਹੁਤ ਘੱਟ ਹੈ। 3 ਮਹੀਨੇ ਭਾਵ 90 ਕੁ ਦਿਨ ਬਚੇ ਨੇ ਕਿ 90 ਦਿਨਾਂ ਦੇ ਵਿੱਚ ਜਿੱਡਾ ਵੱਡੇ ਇਹਨਾਂ ਨੇ ਵਾਅਦੇ ਕੀਤੇ ਸਨ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਜੋ ਕਾਰਜ ਭਾਰ ਦਿੱਤਾ ਗਿਆ ਸੀ, ਟਾਸਕ ਦਿੱਤਾ ਗਿਆ ਸੀ ਕਿ ਤੁਸੀਂ 18 ਨਿਕਾਤੀ ਪ੍ਰੋਗਰਾਮਾਂ ਦੇ ਵਿੱਚ ਇਹ ਸਾਰਾ ਕੁਝ ਕਰੋ, ਤੇ ਕੈਪਟਨ ਸਾਹਿਬ ਨੇ ਰਾਟੇ ਹੋ ਲਾਈ ਵੀ ਸੀ ਮੈਂ ਤਾਂ 85% ਹੁਣ ਪਿਛਲੇ ਕੁਝ ਦਿਨਾਂ ਤੋਂ ਇਹ ਸ਼ੁਰੂ ਕਰਤਾ ਸੀ 93% ਵਾਅਦੇ ਪੂਰੇ ਕਰ ਦਿੱਤੇ ਨੇ। ਉਹ 93% ਵਾਅਦੇ ਕਿਵੇਂ ਪੂਰੇ ਹੋਏ ਕਿਸੇ ਨੂੰ ਕੁਝ ਨਹੀਂ ਪਤਾ ਹੈਗਾ, ਕਿਸੇ ਦਾ ਬਿਲਕੁਲ ਵੀ ਚੇਤਾ ਤੱਕ ਨਹੀਂ ਹੈਗਾ। ਸੋ
ਮੇਰੇ ਕਹਿਣ ਦਾ ਮਤਲਬ ਕਿ ਕੈਪਟਨ ਸਾਹਿਬ ਨੇ ਜੇ ਕਾਰਗੁਜ਼ਾਰੀ ਦਿਖਾਈ ਹੁੰਦੀ ਤਾਂ ਅੱਜ ਮੈਂ ਸਮਝਦਾ ਉਹਨਾਂ ਨੂੰ ਇਹ ਦਿਨ ਦੇਖਣੇ ਨਾ ਪੈਂਦੇ। ਸਮਾਂ ਥੋੜਾ ਹੈ, ਆਸਾਂ ਲੋਕਾਂ ਨੂੰ ਬਹੁਤ ਵੱਜੀਆਂ ਨੇ, ਜਿਹੜੀਆਂ 4-5 ਦਿਨ ਦੇ ਵਿੱਚ ਇੱਕ ਟ੍ਰੇਲਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਦਿਖਾਇਆ, ਉਹਦੇ ਤੋਂ ਆਸਾਂ ਵੱਜ ਗਈਆਂ ਨੇ ਕਿ ਇਹ ਚੰਨੀ ਦੀ ਅਗਵਾਈ ਦੇ ਵਿੱਚ ਜਿਹੜੀ ਕਾਂਗਰਸ ਸਰਕਾਰ ਹੈ ਉਹ ਕੁਝ ਨਾ ਕੁਝ ਕਰਨ ਦਾ ਯਤਨ ਕਰੇਗੀ। ਜੇ ਉਹ ਕਰਨ ਦੇ ਵਿੱਚ ਕਾਮਯਾਬ ਹੋ ਗਏ ਤਾਂ 2022 ਦੇ ਵਿੱਚ ਉਸ ਦਾ ਲਾਹਾ ਵੀ ਖੱਟ ਸਕਦੇ ਨੇ। ਨਹੀਂ ਤਾਂ ਜੇ ਲੋਕਾਂ ਦੀਆਂ ਭਾਵਨਾਵਾਂ ਤੇ ਖਰੇ ਨਾ ਉਤਰੇ ਤਾਂ ਆਪਣੇ ਆਪ ਦੇ ਵਿੱਚ ਨੁਕਸਾਨ ਵੀ ਜਿਹੜਾ ਹੈਗਾ ਉਠਾਉਣਾ ਪੈ ਸਕਦਾ ਹੈ ਜੀ। 2022 ਚ ਬਣਦਾ ਕੀ ਹੈ, ਅਜੇ ਪੰਜਾਬ ਦੀ ਜਿਹੜੀ ਤਸਵੀਰ ਆ ਉਹ ਧੁੰਦਲੀ ਹੈ, ਕਿਉਂਕਿ ਕਿਸਾਨੀ ਅੰਦੋਲਨ ਬੜੇ ਵੱਡੇ ਪੱਧਰ ਦੇ ਉੱਤੇ ਲੋਕ ਮਨਾਂ ਤੇ ਰਾਜ ਕਰਦਾ ਹੈਗਾ, ਜਿਹਦੇ ਕਰਕੇ ਲੋਕਾਂ ਨੂੰ ਉਧਰੋਂ ਵੀ ਕੀ ਇਸ਼ਾਰਾ ਹੁੰਦਾ ਇਹ ਵੀ ਪਤਾ ਲੱਗੇ। ਜੀ ਜੀ ਢਿੱਲੋਂ ਜੀ, ਹੁਣ ਇੱਥੇ ਸਵਾਲ ਇਹ ਉੱਠਦਾ ਕਿ ਉਹਨਾਂ ਜਿਹੜੇ ਵਿਧਾਇਕ ਸੀ ਹੋਰ ਪਾਰਟੀ ਦੇ ਸੀ, ਜਿਹੜੇ ਕਿ ਕਾਂਗਰਸ ਪਾਰਟੀ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਦੇ ਵਿੱਚ ਸ਼ਾਮਲ ਹੁੰਦੇ ਨੇ, ਜਿਵੇਂ ਕਿ ਸੁਖਪਾਲ ਸਿੰਘ ਖਹਿਰਾ ਹੋ ਗਏ ਤੇ ਉਹਨਾਂ ਨਾਲ 3 ਹੋਰ ਸੀਗੇ, ਤੇ ਹੁਣ ਉਹਨਾਂ ਦਾ ਜੇਕਰ ਤਸਵੀਰ ਦੇਖੀ ਜਾਵੇ ਤਾਂ ਉਹਨਾਂ ਦਾ ਕੀ ਕਾਂਗਰਸ ਪਾਰਟੀ ਦੇ ਵਿੱਚ ਅਕਸ਼ ਜਿਹੜਾ ਹੋਣ ਵਾਲਾ? ਦੇਖੋ, ਜਿਹੜੇ ਇਹ ਕਾਂਗਰਸ ਦੇ ਵਿੱਚ ਸ਼ਾਮਲ ਹੋ ਗਏ ਨੇ, ਸ਼ਾਮਲ ਹੋਣ ਵੇਲੇ ਵੀ ਐਡੀ ਤੇਜ਼ੀ ਵਰਤੀ ਕਿ ਹੈਲੀਪੈਡ ਦੇ ਉੱਤੇ ਕੈਪਟਨ ਅਮਰਿੰਦਰ ਸਿੰਘ ਨਾਲ ਜਾ ਕੇ ਫੋਟੋ ਖਿਚਾ ਲਈ। ਇਹ 3 ਬੰਦੇ ਨੇਗੇ, ਸੁਖਪਾਲ ਸਿੰਘ ਖਹਿਰਾ, ਜਗਦੇਵ ਸਿੰਘ ਕਮਾਲੂ ਤੇ ਤੀਜੇ ਭਦੌੜ ਤੋਂ ਵਿਧਾਇਕ ਪਿਰਮਲ ਸਿੰਘ ਜੀ ਖਾਲਸਾ। ਵੈਸੇ ਪਿਰਮਲ ਸਿੰਘ ਖਾਲਸਾ ਇੱਕ ਸਾਦਾ ਵਿਅਕਤੀ ਹੈ, ਬੇਰੁਜ਼ਗਾਰ ਲਾਈਨਮੈਨ ਯੂਨੀਅਨ ਦਾ ਸੰਘਰਸ਼ ਲੜਿਆ ਜਿੱਥੋਂ ਉਹ ਚੜ੍ਹਿਆ। ਸੋ ਹੁਣ ਕਾਂਗਰਸ ਦੇ ਵਿੱਚੋਂ ਚਲੇ ਗਏ ਨੇ, ਠੀਕ ਹੈ। ਜਿੱਥੇ ਬਾਕੀ 15 ਤੇ ਤਾਂ 18 ਹੋਏ ਨੇ ਟੋਟਲ, ਤਾਂ ਬਾਕੀ 62 ਬੰਦੇ ਤੁਰੇ ਫਿਰਦੇ ਆ, ਤੇ ਉੱਥੇ 3 ਇਹ ਵੀ ਉਸੇ ਤਰ੍ਹਾਂ ਨਾਲ ਤੁਰੇ ਫਿਰਨਗੇ। ਕੀ ਚੰਨੀ ਸਾਹਿਬ ਅਗਲੇ ਦਿਨਾਂ ਦੇ ਵਿੱਚ ਜਿਹੜੇ 35-36 ਲਾਲ ਫੀਤਾ ਸ਼ਾਹਾਂ ਨੂੰ ਚੇਅਰਮੈਨੀਆਂ ਜਾਂ ਹੋਰ ਵੱਡੇ ਮਲਾਈਦਾਰ ਅਹੁਦੇ ਬਖਸ਼ੇ ਨੇ, ਉਹਨਾਂ ਤੋਂ ਲੈ ਕੇ ਜੇ ਵਿਧਾਇਕਾਂ ਨੂੰ ਦੇ ਦੇਣਗੇ ਤਾਂ ਮੈਂ ਸਮਝਦਾ ਕਿ ਵਿਧਾਇਕ ਥੋੜੇ ਜਿਹੇ ਸੰਤੁਸ਼ਟ ਹੋਰ ਹੋ ਜਾਣਗੇ ਤੇ ਆਰੇ ਵੀ ਲੱਗ ਜਾਣਗੇ। ਜੀ ਜੀ 27 ਸਤੰਬਰ ਨੂੰ ਜਿਹੜਾ ਭਾਰਤ ਬੰਦ ਦਾ ਐਲਾਨ ਕਿਸਾਨ ਜਥੇਬੰਦੀ ਵੱਲੋਂ ਕੀਤਾ ਗਿਆ ਸੀ, ਹੁਣ ਉਸ ਦੀਆਂ ਜਿਹੜੀਆਂ ਤਿਆਰੀਆਂ ਨੇ ਮੁਕੰਮਲ ਹੋ ਚੁੱਕੀਆਂ ਨੇ। ਯੂਥ ਨੂੰ ਵੀ ਜਿਹੜੀ ਅਪੀਲ ਆ ਕਿਸਾਨ ਜਥੇਬੰਦੀ ਵੱਲੋਂ ਲਗਾਤਾਰ ਕੀਤੀ ਗਈ ਹੈ ਤੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਜਿਹੜਾ ਵੱਡੇ ਪੱਧਰ ਤੇ ਜਿਹੜਾ ਕਿ ਇਹ ਜਿਹੜਾ ਭਾਰਤ ਬੰਦ ਆ ਉਹਨਾਂ ਵੱਲੋਂ ਸੱਦਾ ਦਿੱਤਾ ਗਿਆ, ਉਹਨੂੰ ਕਾਫੀ ਸਮਰਥਨ ਮਿਲੂਗਾ। ਦੇਖੋ, ਪਹਿਲਾਂ ਵੀ ਇੱਕ ਵਾਰੀ ਭਾਰਤ ਬੰਦ ਕਰਵਾਇਆ ਗਿਆ ਸੀਗਾ ਕਿਸਾਨ ਜਥੇਬੰਦੀਆਂ ਦੇ ਵੱਲੋਂ ਜੀ। ਇਹ ਜਿਹੜਾ 27 ਤਰੀਕ ਦਾ ਭਾਵ ਭਲਕੇ ਬੰਦ ਹੋਣ ਜਾ ਰਿਹਾ, ਇਹਦਾ ਐਲਾਨ ਬਹੁਤ ਸਮਾਂ ਪਹਿਲਾਂ ਕਰ ਦਿੱਤਾ ਸੀ ਕਿਸਾਨ ਜਥੇਬੰਦੀਆਂ ਨੇ, ਔਰ ਲੋਕਾਂ ਨੂੰ ਵੀ ਉਹਨਾਂ ਨੇ ਅਪੀਲ ਕੀਤੀ ਸੀ ਕਿ ਤੁਸੀਂ ਕਿਰਪਾ ਕਰਕੇ ਆਪਦੇ ਪ੍ਰੋਗਰਾਮ ਉਸ ਤਰੀਕੇ ਨਾਲ ਬਣਾ ਲਵੋ ਕਿ ਤੁਹਾਨੂੰ ਕੋਈ ਤਕਲੀਫ ਨਾ ਹੋਵੇ। ਉਹਨਾਂ ਨੇ, ਕਿਉਂਕਿ ਪਿਛਲੇ ਸਮੇਂ ਦੌਰਾਨ ਜਦੋਂ ਬੰਦ ਹੁੰਦੇ ਨੇ ਤਾਂ ਬਹੁਤ ਸਾਰੇ ਮੁਸਾਫਰ ਰਸਤਿਆਂ 'ਚ ਰੁਕ ਜਾਂਦੇ ਨੇ। ਭਾਵੇਂ ਕਿਸਾਨ ਜਥੇਬੰਦੀਆਂ ਨੇ ਜਿੱਥੇ ਜਿੱਥੇ ਰੇਲਾਂ ਰੋਕੀਆਂ ਸੀਗੀਆਂ, ਬੱਸਾਂ ਰੋਕੀਆਂ ਸੀ, ਉੱਥੇ ਨਾਲ ਉਹਨਾਂ ਦੇ ਲੰਗਰ ਪਾਣੀ ਦਾ ਪ੍ਰਬੰਧ ਵੀ ਕੀਤਾ ਸੀ ਵੱਡੀ ਪੱਧਰ ਤੇ। ਹੁਣ ਤਾਂ ਉਹਨਾਂ ਨੇ ਪਹਿਲਾਂ ਐਲਾਨ ਕਰਤਾ ਕਿ ਤੁਸੀਂ ਸਾਡਾ ਸਾਥ ਦਿਓ। ਇਹ ਇੱਥੋਂ ਤੱਕ ਕਿ ਇਕੱਲਾ ਹੁਣ ਤੁਸੀਂ ਕਹੋ ਜਾਂ ਪੰਜਾਬ ਹੋਇਆ, ਹਰਿਆਣਾ ਹੋਇਆ, ਦਿੱਲੀ ਹੋਇਆ ਜਾਂ ਯੂਪੀ ਹੋਇਆ, ਇੱਥੇ ਨਹੀਂ, ਜਿੱਥੇ ਸਮੁੱਚੇ ਭਾਰਤ ਦੇ ਲੋਕ ਕਿਸਾਨਾਂ ਦੀ ਹਮਾਇਤ ਕਰ ਰਹੇ ਨੇ, ਉੱਥੇ ਜਿਹੜਾ ਅਮਰੀਕਾ ਦੇ ਵਿੱਚ ਵੀ ਉੱਥੋਂ ਦੀਆਂ ਜਥੇਬੰਦੀਆਂ ਨੇ, ਵੱਖ-ਵੱਖ ਸੰਗਠਨਾਂ ਨੇ, ਉਹਨਾਂ ਨੇ ਵੀ ਇਹਨਾਂ ਕਿਸਾਨ ਅੰਦੋਲਨ ਦੀ ਹਮਾਇਤ ਕੀਤੀ ਹੈ ਤੇ ਨਰਿੰਦਰ ਮੋਦੀ ਦਾ ਵਿਰੋਧ ਕੀਤਾ। ਇਹ ਇੱਕ ਵੱਖਰੀ ਗੱਲ ਹੈ ਕਿ ਉੱਥੇ ਕੁਝ ਖਾਲਿਸਤਾਨੀ ਆਪਣੇ ਤੌਰ ਤੇ ਵਿਰੋਧ ਕਰਦੇ ਸੀ ਤੇ ਦੂਜੀਆਂ ਜਥੇਬੰਦੀਆਂ ਜਿਹਦੇ ਵਿੱਚ ਹੋਰ ਵੀ ਰਾਜਸੀ ਧਿਰਾਂ ਵੀ ਨੇ, ਉਹਨਾਂ ਨੇ ਆਪਣੇ ਤੌਰ ਦੇ ਉੱਤੇ ਕਿਸਾਨਾਂ ਦੇ ਪੱਖ 'ਚ ਖੜੇ ਔਰ ਇਹਦਾ ਨਰਿੰਦਰ ਮੋਦੀ ਦੇ ਇਹਨਾਂ ਕਾਲੇ ਕਾਨੂੰਨਾਂ ਦਾ ਵਿਰੋਧ ਕੀਤਾ। ਸੋ ਕੱਲ ਦੇ ਬੰਦ ਦੇ ਵਿੱਚ ਬੜੀਆਂ ਕਿਆਸਰੀਆਂ ਨੇ, ਕਿਉਂਕਿ ਸਵੇਰੇ 6 ਵਜੇ ਤੋਂ ਸ਼ਾਮ ਦੇ 4 ਵਜੇ ਤੱਕ ਬੰਦ ਹੈ। ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਤੁਸੀਂ ਜਿੱਥੇ ਜਿੱਥੇ ਇਹ ਕਿਸਾਨ ਜਥੇਬੰਦੀਆਂ ਬੈਠਣਗੀਆਂ, ਉੱਥੇ ਇਹਨਾਂ ਦੀ ਹਮਾਇਤ ਦੇ ਵਿੱਚ ਉਹ ਲੋਕ ਵੀ ਬੈਠਣ। ਸੋ ਜੇ ਉਹ ਇਸ ਬੰਦ ਪੂਰਾ ਵੱਡੀ ਪੱਧਰ ਤੇ ਹੋ ਗਿਆ ਤਾਂ ਨਰਿੰਦਰ ਮੋਦੀ ਨੂੰ ਸਮਝ ਲੈਣਾ ਚਾਹੀਦਾ ਹੈ ਕਿ 2024 ਵਿੱਚ ਰਾਜਨੀਤਿਕ ਬਦਲਾਅ ਵੱਟ ਤੇ ਪਿਆ। ਉਸ ਤੋਂ ਪਹਿਲਾਂ 5 ਰਾਜਾਂ ਦੀਆਂ ਚੋਣਾਂ ਆ ਰਹੀਆਂ ਨੇ। ਕੁਝ ਰਾਜਾਂ ਦੀਆਂ ਚੋਣਾਂ ਅਗਲੇ ਸਾਲ ਅਖੀਰ ਦੇ ਵਿੱਚ ਆਉਣੀਆਂ ਨੇ, ਕੁਝ ਸ਼ੁਰੂ 'ਚ ਆਉਣੀਆਂ ਨੇ, ਕੁਝ ਅਖੀਰ 'ਚ ਆਉਣੀਆਂ ਨੇ। ਉਹਦੇ ਵਿੱਚ ਵੀ ਇਹਦਾ ਪ੍ਰਭਾਵ ਡਾਢਾ
ਪੈ ਸਕਦਾ, ਇਹਨੂੰ ਬੜੇ ਸ਼ਿੱਦਤ ਨਾਲ, ਬੜੇ ਲੋਕ ਤਿੱਖੀ ਨਜ਼ਰ ਨਾਲ ਦੇਖ ਰਹੇ ਨੇ ਕਿ ਕਿਸਾਨੀ ਅੰਦੋਲਨ ਦਾ ਹੋਰਨਾਂ ਤੇ ਵੀ ਅਸਰ ਪੈ ਗਿਆ। ਜੀ ਕੱਲ ਇੱਕ ਖਬਰ ਇੱਕ ਅਖਬਾਰ ਨੇ ਬੜੀ ਪ੍ਰਮੁੱਖਤਾ ਨਾਲ ਛਾਪੀ ਸੀ ਕਿ ਕੁਝ ਕੰਪਨੀਆਂ ਨੇ ਉਹਨਾਂ ਦਾ ਜਿਹੜਾ ਹੈਗਾ ਵਾਧਾ ਹੋਇਆ ਉਹਨਾਂ ਦੀ ਆਮਦਨ ਦੇ ਵਿੱਚ, ਪਰ 10 ਕੰਪਨੀਆਂ 42 ਲੱਖ ਕਰੋੜ ਹੋਇਆ 160 ਕੰਪਨੀਆਂ 'ਚ। ਜੀ ਪਰ 10 ਕੰਪਨੀਆਂ ਇਹੋ ਜਿਹੀਆਂ ਨੇ ਜਿਨ੍ਹਾਂ ਕੱਲੀਆਂ ਦਾ 16 ਲੱਖ ਕਰੋੜ 160 ਚੋਂ 10 ਕੰਪਨੀਆਂ ਦਾ, ਇਹ ਤਾਂ ਬਹੁਤ ਹੇਠਲੇ ਪੱਧਰ ਦਾ ਹਿੱਸਾ ਆ ਗਿਆ। ਤੇ 42 ਚੋਂ 16 ਲੱਖ ਕਰੋੜ ਭਾਵ 1/3 ਹਿੱਸੇ ਤੋਂ ਥੋੜਾ ਜਿਹਾ ਘੱਟ ਇਹ ਉਹਨਾਂ ਦੇ ਹਿੱਸੇ ਆਇਆ। ਸੋ ਇਹ ਚਹੇਤੀਆਂ ਕੰਪਨੀਆਂ ਨੂੰ ਲਾਭ ਦੇਣ ਵਾਸਤੇ ਜੋ ਕੁਝ ਨਰਿੰਦਰ ਮੋਦੀ ਦੀ ਸਰਕਾਰ ਕਰ ਰਹੀ ਹੈ, ਇਹ ਮੰਦਭਾਗੀ ਹੈ, ਨਹੀਂ ਹੋਣੀ ਚਾਹੀਦੀ। ਸੋ ਉਹਨਾਂ ਨੂੰ ਸੋਚਣਾ ਚਾਹੀਦਾ ਹੈ, ਇਹ ਦੇਸ਼ ਦੇ ਵਾਸੀ ਨੇ। ਜੇ ਦੇਸ਼ ਦਾ ਕਿਸਾਨ ਚਾਹੁੰਦਾ ਹੀ ਨਹੀਂ ਕਿ ਮੇਰੀ ਜਿਹੜੀ ਆਮਦਨ ਉਹ ਵਧੇ, ਇਹਨਾਂ ਕਾਨੂੰਨਾਂ ਰਾਹੀਂ ਉਹਨਾਂ ਨੂੰ ਇਹ ਹੈ ਕਿ ਭਵਿੱਖ ਦੇ ਵਿੱਚ ਜਿਹੜੇ ਉਹਨਾਂ ਦੇ ਗਾਹਾਂ ਪੁੱਤ ਪੋਤੇ ਪੜੋਤੇ ਜੜੋਤੇ ਆ ਜਿਹੜੇ, ਉਹ ਜ਼ਮੀਨਾਂ ਤੋਂ ਵਾਂਝੇ ਹੋ ਜਾਣ। ਜੀ ਜੀ ਕਾਲਰ ਸਾਡੇ ਨਾਲ ਜੁੜ ਚੁੱਕੇ ਨੇ, ਢਿੱਲੋਂ ਜੀ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹਾਂਜੀ, ਵਾਹਿਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਿੱਖੋ ਜੀ, ਵਾਹਿਗੁਰੂ ਜੀ ਫਤਿਹ ਜੀ। ਢਿੱਲੋਂ ਸਾਹਿਬ ਤੇ ਬੀਬਾ ਜੀ, ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਾਂ ਤੁਸੀਂ ਮੈਨੂੰ 5-7 ਮਿੰਟ ਲਾ ਕੇ ਦੱਸਿਆ ਸਾਰਾ, ਤੇ ਸਭ ਤੋਂ ਪਹਿਲਾਂ ਜੈ ਜਵਾਨ ਜੈ ਕਿਸਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨੂੰ ਅੱਜ ਬੇਨਤੀ ਕਰਦੇ ਆ ਤੇ ਨਮਸਕਾਰ ਕਰਦੇ ਹੋਏ ਵੀ ਇਹਨਾਂ ਨੂੰ ਹੁਣ ਜਿਹੜੇ ਨਵੇਂ ਬੰਦੇ ਆਏ ਆ, ਇਹ ਗੱਲ ਤਾਂ ਸਾਰੇ ਕਰਦੇ ਆ, ਗੁਰੂ ਸਾਹਿਬ ਦੀ ਗੱਲ ਕਰਾਂਗੇ, ਬਰਗਾੜੀ ਕਾਂਡ ਦੀ ਹੋ ਸਭ ਤੋਂ ਪਹਿਲਾਂ ਇਹਨਾਂ ਨੂੰ ਬੇਨਤੀ ਹੈ, ਤੁਸੀਂ ਕਹੋਗੇ ਢਿੱਲੋਂ ਸਾਹਿਬ ਗੱਲ ਤੇ ਇਹੀ ਕਰਦਾ, ਕਿਉਂਕਿ ਮੇਨ ਗੱਲ ਹੈ ਜੀ ਇਹ ਸਾਰੇ ਕੀਤੇ ਨਾਲ ਸਾਰੀ ਦੁਨੀਆ ਨਾਲ ਜੁੜੀ ਹੈ, ਤੇ ਇਸ ਕਰਕੇ ਇਹਨਾਂ ਨੂੰ ਇਹ ਪਹਿਲਾਂ ਕਰ ਦੇਣਾ ਚਾਹੀਦਾ, ਸਾਰਾ ਕੁਝ ਨਿਆਂ ਦੇਣਾ ਚਾਹੀਦਾ। ਬਾਕੀ ਜਿਹੜੀ ਹੈ ਇਹ ਜਿਵੇਂ ਤੁਸੀਂ ਦੱਸਿਆ ਵੀ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਦੇ ਲੱਗਦਾ ਹੈ ਵੀ ਕੁਝ ਨਾ ਕਰਨਗੇ, ਵੀ ਕੈਬਨਿਟ ਬਣੀ ਹੈ, ਇਹ ਵੀ ਵਧੀਆ ਬਣੀ ਹੈ, ਮਾੜੇ ਬੰਦੇ ਕੱਢੇ ਗਏ ਆ, ਜਿਹੜੇ ਬੰਦੇ ਕੱਢੇ ਗਏ ਆ ਵਾਹਿਗੁਰੂ, ਜਿਹੜੇ ਕੱਢੇ ਗਏ ਜਾਂ ਨਾ ਕੱਢੇ ਗਏ ਆ, ਜਿਹੜੇ ਮੰਤਰੀ ਦੇ ਦੋਸ਼ ਲੱਗਦੇ ਦੋਸ਼ਾਂ ਨੂੰ ਸਾਹਮਣੇ ਲਿਆਉਣ ਲੋਕਾਂ ਦੇ ਜੀ। ਤੇ ਜਿਹੜੀ ਗੱਲ ਇੱਕ ਗੱਲ ਆਮ ਪਾਰਟੀ ਵਾਲੇ ਢਿੱਲੋਂ ਸਾਹਿਬ ਕਰਦੇ ਆ ਵੀ ਇਹ ਮੌਲ ਚੜਿਆ ਫਿਰਦਾ, ਤੇ ਬਾਹ ਜਿਹੜਾ ਸਿੱਧੂ ਬਾਹ ਫੜੀ ਫਿਰਦਾ, ਇਹ ਸਾਰੇ ਹੀ ਫੜਦੇ ਜੀ ਬਾਹ, ਇਹ ਜਿਹੜਾ ਹੁਣ ਚੀਮਾ ਇਹ ਬਾਹ ਉੱਤੋਂ ਫੜਦਾ ਹੀ ਜੀ, ਤਵੇ ਦੀ ਸਾਰੇ ਫੜਦੇ, ਕਿਹੜਾ ਆਪ ਤੁਰਿਆ ਫਿਰਦਾ। ਐਵੇਂ ਗੱਲ ਕਰਨੀ ਚਾਹੀਦੀ ਮੁੱਦੇ ਦੀ। ਲੱਤਾਂ ਫੜਦਾ ਜੀ, ਉਹ ਯਾਦ ਨਹੀਂ, ਉਹਨੂੰ ਕੌਣ ਯਾਦ ਨਹੀਂ, ਕਿਵੇਂ ਯਾਦ ਨਹੀਂ ਹੋਇਆ। ਅਕਸਰ ਮਦਦ ਤਾਂ ਸਭ ਨੇ ਕਰਨੀ, ਇੱਕ ਦੂਜੇ ਨੂੰ ਮਦਦ ਜੇ ਨਾ ਕਰਨਗੇ ਕਹਿਣਗੇ ਇਹ ਲੜਦੇ ਆ, ਫਿਰ ਉਹ ਪੰਜਾਬ ਦਾ ਪ੍ਰਧਾਨ ਆ ਜੀ। ਬਹੁਤ ਧੰਨਵਾਦ ਤੁਹਾਡਾ ਜੀ ਆਇਆਂ ਨੂੰ। ਜੀ ਸ਼ੁਕਰੀਆ। ਸਤਿ ਸ਼੍ਰੀ ਅਕਾਲ ਜੀ ਢਿੱਲੋਂ ਜੀ, ਦੇਖਿਆ ਜਾ ਰਿਹਾ ਕਿ ਨਵੇਂ ਮੁੱਖ ਮੰਤਰੀ ਨੂੰ ਲੈ ਕੇ ਕਾਫੀ ਆਸਾਂ ਤੇ ਉਮੀਦਾਂ ਨੇ ਲੋਕਾਂ ਨੂੰ ਵੀ, ਕਿਤੇ ਨਾ ਕਿਤੇ ਹੁਣ ਜਿਹੜੇ ਪੰਜਾਬ ਦੇ ਮਸਲੇ ਨੂੰ ਹੱਲ ਹੋਣਗੇ। ਦੇਖੋ ਜਿਹੜਾ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਜੀ, ਉਹ ਮੇਰੇ ਖਿਆਲ ਇਹਨਾਂ ਸਾਰਿਆਂ ਤੋਂ ਵੱਧ ਪੜ੍ਹੇ ਲਿਖੇ ਨੇ। ਉਹ ਗ੍ਰੈਜੂਏਟ, ਫਿਰ ਉਹ ਲਾ ਗ੍ਰੈਜੂਏਟ ਜੀ, ਉਹਨਾਂ ਨੇ MBA ਦੀ ਡਿਗਰੀ ਵੀ ਕੀਤੀ ਹੈ, ਤੇ ਹਾਲ ਹੀ ਦੇ ਵਿੱਚ ਉਹਨਾਂ ਨੇ PhD ਵੀ ਹਾਸਲ ਕੀਤੀ ਹੈ ਜੀ। ਕਈ ਬੜੇ ਘੱਟ ਪੜ੍ਹੇ ਲਿਖੇ ਨੇ। ਵੈਸੇ ਤਾਂ ਜਿਹੜੀਆਂ ਰਾਜਸੀ ਪਾਰਟੀਆਂ ਨੇ ਇਹਨਾਂ ਨੂੰ ਨਾ ਆਪਣੇ ਜਦੋਂ ਵਾਅਦੇ ਕਰਦੇ ਆ ਲੋਕਾਂ ਦੇ ਨਾਲ, ਜਾਂ ਇੱਕ ਨਿਯਮ ਬਣਾ ਦੇਣ ਕਿ ਗ੍ਰੈਜੂਏਟ ਤੋਂ ਘੱਟ ਕਿਸੇ ਨੂੰ ਟਿਕਟੇ ਨਹੀਂ ਦੇਣੀ ਜੀ, ਉਹ ਪੜ੍ਹਾਈ ਵਾਲੀ ਸ਼ਰਤ ਆਪਦਿਆਂ ਤੇ ਪਾ ਦਿੱਤੀ ਜਾਵੇ। ਕਈ ਵਾਰ ਬੜਾ ਅਫਸੋਸਨਾਇਕ ਹੁੰਦਾ ਜਦੋਂ ਇਹੀ ਤਾਂ ਕਾਰਨ ਹੈ ਕਿ ਮੈਟ੍ਰਿਕ ਵਾਲੇ ਮੰਤਰੀ ਜਦੋਂ IAS ਅਧਿਕਾਰੀਆਂ ਨਾਲ ਵਾਹ ਪੈਂਦਾ ਹੈ, ਅੰਗਰੇਜ਼ੀ ਨਾਲ ਵਾਹ ਪੈਂਦਾ ਹੈਗਾ, ਤਾਂ ਉਹ ਉਸ ਵੇਲੇ ਖਰੇ ਨਹੀਂ ਉਤਰਦੇ, ਸਮਝ ਨਹੀਂ ਆਉਂਦੀ ਤੇ ਨਿਮੋ ਝੂਨੇ ਜੇ ਹੋ ਕੇ ਬਹਿ ਜਾਂਦੇ ਨੇ। ਜੇ ਇਹ ਗ੍ਰੈਜੂਏਟ ਪੜ੍ਹੇ ਲਿਖੇ ਹੋਣਗੇ ਤਾਂ ਜਿਹੜੇ ਫਰਾਟੇਦਾਰ ਅੰਗਰੇਜ਼ੀ ਬੋਲਣ ਵਾਲੇ ਅਧਿਕਾਰੀਆਂ ਨੂੰ ਵੀ ਟੈਗਲ ਕਰ ਸਕਦੇ ਆ। ਹਾਲਾਂਕਿ ਸੂਬਾ ਪੰਜਾਬ ਹੈ, ਇਹਦੇ ਵਿੱਚ ਹਰ ਥਾਂ ਦੇ ਉੱਤੇ ਅੰਗਰੇਜ਼ੀ ਭਾਰੂ ਕੀਤੀ ਵੀ ਹੈ। ਅਸੀਂ ਚੰਨੀ ਸਾਹਿਬ ਤੋਂ ਇਹ ਉਮੀਦ ਰੱਖਦੇ ਹਾਂ ਕਿ ਉਹ ਵੱਖ-ਵੱਖ ਦਫ਼ਤਰਾਂ ਤੇ ਹੋਰਾਂ ਥਾਵਾਂ ਦੇ ਉੱਤੇ ਪੰਜਾਬੀ ਨੂੰ ਤਰਜੀਹ ਦਿਵਾਉਣਗੇ। ਸੋ ਜਿਹੜੀ ਗੱਲ ਸੇਖੋਂ ਸਾਹਿਬ ਨੇ ਕਹੀ ਹੈ ਕਿ ਕਹਿੰਦੇ ਆ ਜੀ ਮੁੱਖ ਮੰਤਰੀ ਦੇ ਮੁੱਢ ਤੇ ਹੱਥ ਰੱਖਤਾ ਜਾਂ ਗੁੱਟ ਫੜ ਲਿਆ, ਆਦਤ ਹੁੰਦੀ ਹੈ ਕਿਸੇ ਵਾਰ ਬੰਦੇ ਦੀ, ਪਰ ਅਸੀਂ ਇਹ ਸਮਝਦੇ ਹਾਂ ਕਿ ਜਿਵੇਂ
ਤਬਦੀਲੀ ਆਈ ਹੈ। ਜੇ ਤੁਸੀਂ ਸਮਝੋ ਕਿ ਮੁੱਖ ਮੰਤਰੀ ਐਡਾ ਕਮਲਾ ਨਹੀਂ ਹੈ, ਪੜ੍ਹਿਆ ਲਿਖਿਆ ਹੈ, ਸਾਰਿਆਂ ਨਾਲੋਂ ਵੱਧ ਪੜ੍ਹਿਆ ਲਿਖਿਆ ਹੈਗਾ, ਸਾਰੀ ਗੱਲ ਸਮਝਦੇ ਹੈ ਔਰ ਉਹਨਾਂ ਨੇ ਮੰਤਰੀ ਮੰਡਲ ਚਲਾਉਣਾ ਹੈ, ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਹੈ। ਇੱਥੇ ਬਣ ਦੀ ਲੱਕੜੀ ਹੈ, ਕੋਈ ਕਿਵੇਂ ਹੋ ਜਾਂਦਾ, ਕਿਵੇਂ ਹੋ ਜਾਂਦਾ। ਵਿਆਹ ਜਿਵੇਂ ਇਹ ਰਾਜਸੀ ਲੋਕ ਵੀ ਉਸੇ ਤਰ੍ਹਾਂ ਹੀ ਨੇ, ਜਿਵੇਂ ਹਰੇਕ ਵਿਆਹ ਦੇ ਵਿੱਚ ਇੱਕ ਤਾਂ ਫੁੱਫੜ ਰੁੱਸਦਾ ਹੁੰਦਾ ਨਾ, ਐਵੇਂ ਜਿਵੇਂ ਇਹ ਵੀ ਮਤਲਬ ਰੁੱਸਣੇ ਸ਼ੁਰੂ ਹੋ ਜਾਂਦੇ ਨੇ। ਸੋ ਮੇਰੇ ਕਹਿਣ ਦਾ ਮਤਲਬ ਕਿ ਐਡੇ ਵੱਡੇ ਕੁਨਬੇ ਨੂੰ ਨਾਲ ਲੈ ਕੇ ਚੱਲਣਾ ਬੜਾ ਮੁਸ਼ਕਲ ਹੋ ਜਾਂਦਾ ਹੈ। ਸੋ ਉਮੀਦ ਕਰਦੇ ਹਾਂ ਕਿ ਚੰਨੀ ਸਾਹਿਬ ਸਾਰਿਆਂ ਨੂੰ ਨਾਲ ਲੈ ਕੇ ਚੱਲਣਗੇ ਤੇ ਜਿਹੜੇ ਉਹਨਾਂ ਦੇ ਆਪਣੇ ਮਨ ਦੇ ਮਨਸੂਬੇ ਨੇ ਉਹਨਾਂ ਨੂੰ ਪੂਰਾ ਕਰਨ ਦਾ ਯਤਨ ਕਰਨ। ਜੀ ਢਿੱਲੋਂ ਜੀ, ਹੁਣ ਵੇਲਾ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ। ਇਹਨਾਂ ਵਿਸ਼ਿਆਂ ਤੇ ਮੁੜ ਤੋਂ ਚਰਚਾ ਕਰਾਂਗੇ। ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਤੇ ਗੱਲ ਕਰਦੇ ਹਾਂ ਵਿਰੋਧ ਦੀ। ਹਾਲ ਹੀ ਦੇ ਵਿੱਚ ਕਿਸਾਨ ਜਥੇਬੰਦੀਆਂ ਦੇ ਵੱਲੋਂ ਜਿਹੜੇ ਕਿ ਸੁਖਬੀਰ ਸਿੰਘ ਬਾਦਲ ਦਾ ਰਾਮਾ ਮੰਡੀ ਦੇ ਵਿੱਚ ਜਿਹੜਾ ਕਿ ਵਿਰੋਧ ਕੀਤਾ ਗਿਆ, ਇਸੇ ਗੱਲਬਾਤ ਕਰਦੇ ਹਾਂ। ਸਭ ਤੋਂ ਪਹਿਲਾਂ ਅਸੀਂ ਸਾਡੇ ਨਾਲ ਇੱਕ ਕਾਲਰ ਜੁੜ ਚੁੱਕੇ ਨੇ, ਪਹਿਲਾਂ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹਾਂਜੀ, ਹੈਲੋ ਬੀਬਾ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਈ ਢਿੱਲੋਂ ਸਾਹਿਬ ਜੀ। ਸਤਿ ਸ਼੍ਰੀ ਅਕਾਲ ਜੀ। ਪਿਆਰ ਪ੍ਰੇਮ ਭਰੀ ਸਤਿ ਸ਼੍ਰੀ ਅਕਾਲ ਜੀ। ਜੀ ਜੀ ਤੇ ਜੈ ਜਵਾਨ ਜੈ ਕਿਸਾਨ ਜੀ। ਜੀ ਜੀ ਜੀ। ਸਭ ਤੋਂ ਪਹਿਲਾਂ ਤਾਂ ਮੁਬਾਰਕਾਂ ਬਹੁਤ ਬਹੁਤ ਚੰਨੀ ਸਾਹਿਬ ਦੇ ਮੁੱਖ ਮੰਤਰੀ ਬਣਨ ਦੀਆਂ। ਪਹਿਲਾ ਮੁੱਖ ਮੰਤਰੀ ਦਿਸਿਆ ਜਿਹੜਾ ਭੰਗੜਾ ਪਾਉਂਦਾ ਸੀ ਸਟੇਜ ਦੇ ਉੱਤੇ ਚੜ੍ਹ ਕੇ। ਨਹੀਂ, ਅਸੀਂ ਤਾਂ 15 ਸਾਲ ਹੋ ਗਏ ਇਦਾਂ ਦੇ ਮੁੱਖ ਮੰਤਰੀ ਦੇਖਦੇ, ਇਹਨਾਂ ਨੂੰ 4 ਬੰਦੇ ਚੱਕ ਕੇ ਠਾਲਦੇ ਸੀਗੇ। ਬਿਲਕੁਲ ਠੀਕ ਜੀ। ਤੇ ਨੌਜਵਾਨੀ ਨੂੰ ਮੋਹਰੇ, ਕਿਉਂਕਿ ਹਾਈ ਕਮਾਂਡ ਨੂੰ ਸਖਤ ਹੋਣਾ ਹੀ ਪੈਣਾ। ਜੇ ਵਿਰੋਧੀ ਧਿਰ ਸੈਂਟਰ ਦੇ ਵਿੱਚ ਤਕੜੀ ਹੁੰਦੀ ਆ ਤਾਂ ਸਰਕਾਰ ਨੂੰ, ਸੈਂਟਰ ਸਰਕਾਰ ਨੂੰ ਥੋੜਾ ਜਿਹਾ ਨੱਥ ਪੈਣੀ ਆ, ਕਿਉਂਕਿ ਹੋਰ ਤਾਂ ਹੁਣ ਨਹੀਂ। ਨੈਸ਼ਨਲ ਪਾਰਟੀ ਕਾਂਗਰਸ ਹੈ, ਕਾਂਗਰਸ ਦੀ ਜਿਹੜੀ ਹਾਈ ਕਮਾਂਡ ਉਹਨੂੰ ਸਖਤ ਫੈਸਲੇ ਲੈਣੇ ਹੀ ਪੈਣੇ ਆ ਜੀ। ਜਿਹੜਾ ਵੀ ਬੰਦਾ ਹੁਣ ਜਿਹੜੀ ਪਾਰਟੀ ਦਾ ਮੁੱਖ ਮੰਤਰੀ ਕਹੇ ਵੀ ਮੇਰੇ ਕਰਕੇ ਪਾਰਟੀ ਆ, ਤਾਂ ਫਿਰ ਤਾਂ ਔਖਾ ਹੋ ਜਾਂਦਾ ਜੀ। ਪਾਰਟੀ ਕਰਕੇ ਤਾਂ ਮੁੱਖ ਮੰਤਰੀ ਹੋ ਸਕਦਾ ਆ। ਤੇ ਕੈਪਟਨ ਸਾਹਿਬ ਇੱਕ ਪ੍ਰੋਗਰਾਮ ਦੇ ਵਿੱਚ ਗੀਤ ਗਾਉਂਦੇ ਸੀਗੇ, ਕਦੀ ਮੇਰੀ ਗਲੀ ਆਇਆ ਕਰੋ। ਉਹ ਤੁਸੀਂ ਇੱਕ ਕਹਿੰਦੇ ਨਹੀਂ ਹੁੰਦੇ, ਇਹ ਰੋਮ ਸਾੜ ਰਿਹਾ ਸੀ ਤੇ ਨੀਰੋ ਬਾਂਸਰੀ ਵਜਾ ਰਿਹਾ ਸੀ। ਨੀਰੋ ਬਾਂਸਰੀ ਵਜਾਉਣ ਰਿਹਾ, ਇਹ ਬਾਂਸਰੀ ਵਜਾਉਣਾ ਤੇ ਗਲੀ ਕੀ ਹੋਣਾ, ਇਹਦੇ ਤਾਂ ਘਰੇ ਹੀ ਆ ਗਏ ਅਗਲੇ। 13-14 ਸਾਲ ਹੋ ਗਏ ਘਰੇ ਬੈਠੇ ਆਰਾਮ ਦੇ ਨਾਲ। ਤਾਂ ਏਦਾਂ ਦੇ ਚਲੋ ਠੀਕ ਆ। ਬਾਕੀ ਕਿਸਾਨਾਂ ਦਾ ਜਿਹੜਾ 17 ਤਰੀਕ ਦਾ 27 ਦਾ ਜੀ 27 ਤਰੀਕ ਬੰਦ ਕਾਮਯਾਬ ਹੋਊਗਾ ਸਾਰੇ ਪਾਸੇ। ਤੇ ਇੱਧਰ ਮੋਦੀ ਸਾਹਿਬ ਦਾ ਉਦਣ ਕਮਲਾ ਹੈਸਨ ਨੇ ਬੜਾ ਪੂਰਾ ਐਨ ਤਵਾ ਲਾਇਆ, ਠੋਕ ਕੇ ਉਹਨੂੰ ਲੋਕਤੰਤਰ ਬਾਰੇ ਦੱਸਿਆ। ਤੇ ਤਾਂ ਦੇਖਦੇ ਸੀ ਉਸ ਮੂੰਹਾਂ ਨੂੰ ਵੀ ਜਿੱਦਾਂ ਫਿਰ ਕੀ ਗੱਲ ਹੋ ਗਈ ਹੈ। ਤੇ ਬਾਕੀ ਲੋਕਤੰਤਰ ਦੀ ਗੱਲ ਕਰਨ ਵਾਲਾ ਬੰਦਾ ਔਰ ਯੂਪੀ ਦਾ ਮੁੱਖ ਮੰਤਰੀ ਕਹਿੰਦਾ ਸੀ ਹਿੰਦੂਵਾਦ ਤੇ ਜਿਹੜੀ ਇਲੈਕਸ਼ਨ ਲੜਾਂਗੇ। ਦੇ ਵਿੱਚ ਤਾਂ ਕੋਈ ਧਰਮ ਜਾਂ ਹੋਰ ਜਾਤ ਤੇ ਆਪਾਂ ਨਹੀਂ ਗੱਲ ਕਰ ਸਕਦੇ, ਕਿਉਂਕਿ ਹਰੇਕ ਬੰਦੇ ਦਾ ਹੱਕ ਆ, ਘੱਟ ਗਿਣਤੀ ਦਾ, ਸਿੱਖ ਦਾ, ਹਿੰਦੂ, ਮੁਸਲਮਾਨ, ਈਸਾਈ, ਪਾਰਸੀ, ਬੋਧੀ ਸਭ ਦਾ ਅਧਿਕਾਰ ਹੈ ਜੀ। ਤੇ ਇਦਾਂ ਦੀਆਂ ਗੱਲਾਂ ਜਿਹੜਾ ਇੱਕ ਪਾਸੇ ਚੱਲਣਾ ਪ੍ਰਧਾਨ ਮੰਤਰੀ ਉਹਦੇ ਮੂੰਹੋਂ ਤਾਂ ਜੱਚਦੀਆਂ ਨਹੀਂ ਹੈ ਜੀ। ਤੇ ਬਾਕੀ ਤੇ ਸਿੱਧੂ ਸਾਹਿਬ ਨਾਲ ਚੱਲ ਕੇ ਚੰਨੀ ਦੇ ਵਧੀਆ ਕੈਬਨਿਟ ਬਣੀ ਆ ਤੇ ਮਹਾਰਾਜ ਭਲੀ ਕਹਿਣ 3 ਮਹੀਨੇ ਹੈਗੇ ਆ, ਕਰਕੇ ਦਿਖਾ ਲਓ ਤਾਂ ਬਹੁਤ ਵਧੀਆ ਜੀ। ਕੁਛ ਨਾ ਕੁਛ ਤਾਂ ਪੰਜਾਬ ਬਾਜੂ, ਨਹੀਂ ਤਾਂ ਤੁਹਾਨੂੰ ਪਤਾ ਹੀ ਹੈ ਜੀ। ਬਾਕੀ ਸੁਖਬੀਰ ਸਿੰਘ ਬਾਦਲ ਦਾ ਤਾਂ ਹੋਣਾ ਹੀ ਆ ਪ੍ਰੋਗਰਾਮ, ਜੋ ਹੋਣਾ ਜੋ ਤੇ ਜੋ ਇਹਨਾਂ ਦੀਆਂ ਗੱਡੀਆਂ ਸ਼੍ਰੋਮਣੀ ਕਮੇਟੀ ਦੀਆਂ ਗੱਡੀਆਂ ਲਿਜਾ ਕੇ ਆਪਣੇ ਪ੍ਰੋਗਰਾਮਾਂ ਦੇ ਉੱਤੇ, ਤੇ ਜਦੋਂ ਕਿਤੇ ਕਿਸਾਨਾਂ ਲਈ ਚੱਲਿਆ ਝੰਡਾ ਕੋਈ ਕਿਸਾਨੀ ਦਾ ਨਹੀਂ ਸੀ, ਉੱਥੇ ਸੁਖਬੀਰ ਸਿੰਘ ਬਾਦਲ ਜਿੰਦਾਬਾਦ ਦੇ ਨਾਅਰੇ ਲੱਗੇ। ਫਿਰ ਉਹਦੇ ਵਿੱਚੋਂ ਪੇਟੀਆਂ ਸ਼ਰਾਬ ਦੀਆਂ ਨਿਕਲੀਆਂ ਜੀ। ਥੈਂਕ ਯੂ ਜੀ, ਸ਼ੁਕਰੀਆ ਜੀ। ਢਿੱਲੋਂ ਜੀ, ਦੇਖੋ ਜਿਹੜੀ ਇਹਨਾਂ ਨੇ ਕੁਲਾਰ ਸਾਹਿਬ ਨੇ ਗੱਲ ਕੀਤੀ ਹੈ ਉਹ ਇਹੀ ਕੀਤੀ ਹੈ ਕਿ ਜੇ ਸਟੇਜ ਤੇ ਜਾ ਕੇ ਚੰਨੀ ਸਾਹਿਬ ਨੂੰ ਭੰਗੜਾ ਪਾਇਆ, ਉਹਨਾਂ ਨੂੰ ਉੱਥੋਂ ਦੇ ਭੰਗੜਿਆਂ ਵਾਲੇ ਵਿਦਿਆਰਥੀ ਲੈ ਕੇ ਗਏ ਸਨ। ਇਹ ਇੱਕ ਤੰਦਰੁਸਤੀ ਦੀ ਨਿਸ਼ਾਨੀ ਹੈ। ਔਰ ਭੰਗੜਾ ਵੀ ਕੋਈ ਟਪੂਸੀਆਂ ਮਾਰ ਕੇ ਨਹੀਂ ਪਾਇਆ, ਪੂਰੇ ਤਾਲ ਚ ਪਾਇਆ। ਭੰਗੜਾ ਲੋਕ ਨਾਚ, ਭੰਗੜਾ ਪੰਜਾਬ ਦਾ ਨਾਚ ਹੈ, ਖੁਸ਼ੀ ਦੇ ਮੌਕੇ ਪਾਇਆ ਜਾਂਦਾ ਹੈਗਾ। ਇਹ ਜਿਹੜੇ ਆਗੂ
ਇਸ ਤਰ੍ਹਾਂ ਦੇ ਬਿਆਨ ਦਿੰਦੇ ਨੇ। ਅੱਜ ਉਹਨਾਂ ਨੂੰ ਸੋਚਣਾ ਚਾਹੀਦਾ, ਜਦੋਂ ਉਹਨਾਂ ਦੀ ਸਰਕਾਰ ਸੀ ਉਦੋਂ ਕੀ ਕੁਝ ਵਾਪਰਿਆ ਸੀ, ਕੀ ਉਦੋਂ ਕਿਸਾਨ ਸੜਕਾਂ ਤੇ ਨਹੀਂ ਸੀ। ਸੋ ਮੇਰੇ ਕਹਿਣ ਦਾ ਮਤਲਬ, ਜਿਹੜਾ ਵਿਦੇਸ਼ਾਂ ਦੇ ਵਿੱਚ ਵੀ ਜਦੋਂ ਸਾਡੇ ਜਿਹੜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗਏ ਹੋਏ ਨੇ ਅਮਰੀਕਾ ਦੇ ਦੌਰੇ ਦੇ ਉੱਤੇ ਜੀ, ਉੱਥੇ ਜਿਹੜਾ ਸੰਯੁਕਤ ਰਾਸ਼ਟਰ ਦਾ 76ਵਾਂ ਮਹਾ ਸੰਮੇਲਨ ਹੈ, ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਜਿਹੜੇ ਅੱਤਵਾਦ ਨੂੰ ਸ਼ਹਿ ਦਿੰਦੇ ਨੇ ਜਿਹੜੇ ਦੇਸ਼, ਇਹ ਅੱਤਵਾਦ ਉਹਨਾਂ ਲਈ ਵੀ ਖਤਰਾ ਹੈ। ਉਹਨਾਂ ਦਾ ਇਸ਼ਾਰਾ ਚੀਨ ਤੇ ਪਾਕਿਸਤਾਨ ਵੱਲ ਸੀ ਜੀ। ਉਹਨਾਂ ਦਾ ਕਹਿਣਾ ਸੀ ਕਿ ਇਹਨੂੰ ਨਜਿੱਠਣ ਲਈ ਸਾਰੇ ਵਿਸ਼ਵ ਦੇ ਦੇਸ਼ਾਂ ਨੂੰ ਇੱਕ ਮੰਚ ਤੇ ਇਕੱਤਰ ਹੋਣਾ ਚਾਹੀਦਾ ਔਰ ਵਿਸ਼ਵ ਪੱਧਰ ਤੇ ਸ਼ਾਂਤੀ ਲਿਆਉਣੀ ਚਾਹੀਦੀ ਹੈ। ਇਹ ਮੋਦੀ ਸਾਹਿਬ ਇਹੋ ਜਿਹੀਆਂ ਸਲਾਹਾਂ ਦੇਣ ਵਾਸਤੇ ਉੱਥੇ ਤਾਂ ਚਲੇ ਗਏ। ਆ ਜਿਹੜੇ ਕਿਸਾਨ ਸੜਕਾਂ ਤੇ ਰੁਲ ਰਹੇ ਨੇ, ਇਧਰਲੇ ਪਾਸੇ ਉਹਨਾਂ ਦੀ ਨਜ਼ਰ ਹੀ ਨਹੀਂ ਜਾਂਦੀ ਜੀ। ਕਿਸਾਨ ਤਾਂ ਹੀ ਕੱਲ੍ਹ ਨੂੰ ਬੰਦ ਦਾ ਸੱਦਾ ਦੇਈ ਬੈਠੇ ਆ ਨਾ, ਜੇ ਇਹਨਾਂ ਦੀਆਂ ਨੀਤੀਆਂ ਕਾਰਨ ਇਹ ਸਲਾਹ ਜਿਹੜੀ ਉੱਥੇ ਜਾ ਕੇ ਦਿੱਤੀ ਹੈ, ਇਹ ਪਹਿਲਾਂ ਆਪਣੇ ਦੇਸ਼ ਦੇ ਕਿਸਾਨਾਂ ਦਾ, ਆਪਣੇ ਦੇਸ਼ 'ਚ ਜਿਹੜੀ ਅਸਥਿਰਤਾ ਫੈਲ ਰਹੀ ਹੈ, ਇੱਕ ਵਿਸ਼ੇਸ਼ ਫਿਰਕੇ ਨੂੰ ਉੱਪਰ ਚੱਕ ਕੇ ਘੱਟ ਗਿਣਤੀਆਂ ਨੂੰ ਦਰੜਿਆ ਜਾ ਰਿਹਾ ਹੈਗਾ, ਉਹ ਕਦੇ ਨਜ਼ਰ 'ਚ ਹੀ ਨਹੀਂ ਆਇਆ ਜੀ। ਉਹ ਉਹਨਾਂ ਦੀ ਮਨ ਕੀ ਬਾਤ 'ਚ ਵੀ ਨਹੀਂ ਆਇਆ। ਮਨ ਕੀ ਬਾਤ ਲੋਕਾਂ ਨੂੰ ਕਹਿ ਦਿੰਦੇ ਨੇ, ਪਰ ਲੋਕਾਂ ਦੇ ਮਨ ਦੀ ਬਾਤ ਸੁਣਦੇ ਨਹੀਂ। ਜੇ ਸੁਣਦੇ ਹੁੰਦੇ ਨਾ ਰੀਨਾ, ਤਾਂ ਇਹਨਾਂ ਨੂੰ ਮਤਲਬ ਕੁਝ ਪਤਾ ਲੱਗਦਾ ਕਿ ਆ ਅਸੀਂ ਕਰ ਕੀ ਦਿੱਤਾ। ਪਹਿਲਾਂ ਇਹ ਤਬਾ ਕਾਂਗਰਸ ਤੇ ਲਾਉਂਦੇ ਹੁੰਦੇ ਸੀ, ਤੇ ਅੱਜ ਉਸ ਤੋਂ ਵੀ ਕੀ ਇੱਥੇ 10-15 ਕਾਰਪੋਰੇਟ ਘਰਾਣੇ ਜਿਹੜੇ ਨੇ ਇਸ ਮੁਲਕ ਨੂੰ ਚਲਾ ਰਹੇ ਨੇ, ਇਸ ਮੁਲਕ ਵਾਸਤੇ ਨੇ, ਤੇ ਬਾਕੀ ਤਾਂ ਸਾਰੇ ਐਵੇਂ ਇਹਨਾਂ ਨੂੰ ਤਾਂ ਇਹ ਅੰਦੋਲਨ ਜੀਵੀ ਦੱਸਦੇ ਆ ਜੀ। ਸੋ ਮੰਦਭਾਗਾ ਹੈਗਾ ਕਿਸਾਨਾਂ ਦਾ ਦੁੱਖ ਦਰਦ। ਜੇ ਬਹੁਤ ਸਾਰੇ ਆਗੂਆਂ ਨੇ ਕਿਹਾ ਕਿ ਜੇ ਕਿਸਾਨ ਖੁਸ਼ਹਾਲ ਨਾ ਰਿਹਾ ਤਾਂ ਦੇਸ਼ ਵੀ ਖੁਸ਼ਹਾਲ ਨਹੀਂ ਰਹੇ। ਜੀ ਜੀ। ਢਿੱਲੋਂ ਜੀ ਸਾਡਾ ਕਾਲਰ ਜੁੜ ਚੁੱਕੇ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਢਿੱਲੋਂ ਸਾਹਿਬ ਸਤਿ ਸ਼੍ਰੀ ਅਕਾਲ। ਮੇਰਾ ਛੋਟਾ ਜਿਹਾ ਕੁਐਸਚਨ ਸੀਗਾ ਵੀ ਇਹ ਜਾਖੜ ਸਾਹਿਬ 2 ਵਾਰੀ ਇਲੈਕਸ਼ਨ ਹਾਰ ਗਏ ਹੈਗੇ ਆ, ਰਾਈਟ ਜੀ। ਇਹ ਇੰਨਾ ਕਾਹਤੋਂ ਹੁਣ ਇਹ ਤਿੜੇ ਫਿਰਦੇ ਆ? ਜਿਸ ਵੇਲੇ ਇਹ ਆਪੋਜੀਸ਼ਨ ਦੇ ਵਿੱਚ ਸੀਗੇ ਉਸ ਵੇਲੇ ਮੈਂ ਏਦਾਂ ਕਰ ਦੂੰ, ਅਕਾਲੀ ਏਦਾਂ ਕਰਦੇ, ਬਾਦਲ ਏਦਾਂ ਕਰਦੇ, ਇਹਨਾਂ ਨੇ ਕੈਪਟਨ ਦੇ ਨਾਂ ਕੇ ਕੀਤਾ ਕੁਛ ਨਹੀਂ ਹੈਗਾ। ਇਹ ਹੁਣ ਇਹ ਦੱਸਣ ਡਏ ਉਹ ਕਦੇ ਦਿੱਲੀ ਜਾ ਕੇ ਮੈਨੂੰ ਏਦਾਂ ਕਰੋ, ਮੈਨੂੰ ਏਦਾਂ ਕਰੋ, ਮੈਨੂੰ ਵਧੀਆ ਕੋਈ ਹੋਰ ਦੇਵੋ ਜੌਬ। ਇਹ ਹੈ ਸਹੀ ਇਸ ਲਾਇਕ ਦੇ? ਇਹ ਕੈਪਟਨ ਦੇ ਨਾਲ ਰਲ ਕੇ ਤੇ ਇਹਨੇ ਕੀਤਾ ਕੁਛ ਨਹੀਂ ਹੈਗਾ। ਦੂਸਰੀ ਗੱਲ ਵੀ ਆਪਾਂ ਕੈਪਟਨ ਨੂੰ ਵੀ ਕਹੀ ਜਾਂਦੇ ਆ ਵੀ ਬਹੁਤ ਵਧੀਆ ਮੁੱਖ ਮੰਤਰੀ, ਬਹੁਤ ਵਧੀਆ ਮੁੱਖ ਮੰਤਰੀ ਪਹਿਲਾਂ ਵੀ ਸੀਗਾ, ਹੁਣ ਵੀ ਇਹ ਉਦਾਂ ਕਰੂਗਾ। ਨਾ ਇਹਨੇ ਪਹਿਲਾਂ ਕੁਛ ਕੀਤਾ, ਨਾ ਇਹਨਾਂ ਹੁਣ ਕੁਛ ਕੀਤਾ। ਏਦਾਂ ਹੀ ਆ ਬਾਦਲ ਸਾਹਿਬ ਵੀ ਬਹੁਤ ਘਾਕ ਸਿਆਸਤਦਾਨ ਆ। ਉਹ ਸਟੇਟ ਦਾ ਫੜ ਕੇ ਮਿੰਟ ਕੱਢ ਸਿੱਟਿਆ, ਪਤਾ ਨਹੀਂ 150 ਸਾਲ ਪਿੱਛੇ ਲੈ ਗਏ ਉਹਨੂੰ ਸਟੇਟ ਨੂੰ, ਰਾਈਟ। ਇਹਦੇ ਬਾਰੇ ਪਲੀਜ਼ ਥੋੜਾ ਜਿਹਾ ਮੈਂਟਮੈਂਟ ਕਰਕੇ ਦੱਸਿਓ। ਤਾਂ ਇੱਕ ਆਪਣੇ ਮਨਪ੍ਰੀਤ ਬਾਦਲ ਕਰਕੇ ਇਹ ਕਹਿੰਦਾ ਸੀ ਮੇਰਾ ਤਾਇਆ ਮੈਨੂੰ ਕੁਝ ਕਰ ਨਹੀਂ ਦਿੰਦਾ, ਹੁਣ ਇਹਨੇ 4 ਸਾਲਾਂ 4.5 ਸਾਲਾਂ ਦੇ ਵਿੱਚ ਕੀ ਕਰ ਦਿੱਤਾ? ਇਹਦੇ ਵਾਸਤੇ ਪਲੀਜ਼ ਥੋੜਾ ਮੈਂਟਮੈਂਟ ਲਾ ਕੇ ਦੱਸਿਓ। ਤੁਹਾਨੂੰ ਬਹੁਤ ਜ਼ਿਆਦਾ ਹੈਗਾ ਪਤਾ ਇਹਨਾਂ ਦਾ, ਮੈਂ ਸੁਣਦਾ ਟੀਵੀ ਦੇ ਉੱਤੇ। ਓਕੇ, ਥੈਂਕਸ, ਧੰਨਵਾਦ ਜੀ, ਸ਼ੁਕਰੀਆ। ਅਗਲੇ ਕਾਲਰ ਵੀ ਸਾਡੇ ਨਾਲ ਢਿੱਲੋਂ ਜੀ ਜੁੜ ਚੁੱਕੇ ਨੇ, ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਗੱਲ ਇਹ ਆ ਢਿੱਲੋਂ ਸਾਹਿਬ, ਮੈਨੂੰ ਮਾੜਾ ਜਿਹਾ ਮੁੱਦੇ ਤੋਂ ਜਾਣੂ ਨਹੀਂ ਹੈ, ਮੁੱਦਾ ਮਾੜਾ ਜਿਹਾ ਦੱਸ ਸਕਦੇ ਆ ਜਾਂ ਮੈਂ ਗੱਲ ਕਰ ਸਕਦਾ ਆਪਣੇ ਹਿਸਾਬ ਨਾਲ? ਅੱਜ ਤੁਸੀਂ ਆਪਣੇ ਹਿਸਾਬ ਨਾਲ ਕਰ ਲਓ ਜੀ। ਅੱਜ ਦੇ ਜਿਹੜਾ ਮੰਤਰੀ ਮੰਡਲ ਪੰਜਾਬ ਦੀ ਸਥਿਤੀ, ਉਹਦੇ ਬਾਰੇ ਗੱਲ ਕਰ ਰਹੀ ਹਾਂ। ਗੱਲ ਇਹ ਆ, ਸਭ ਤੋਂ ਪਹਿਲਾਂ ਮੈਂ ਕੈਪਟਨ ਦੀ ਗੱਲ ਕਰਦਾ ਆ। ਕੈਪਟਨ ਜਿਹੜਾ ਸਾਡਾ ਐਸਸੀ ਭਾਈਚਾਰਾ ਆ ਜਾਂ ਬਾਲਮੀਕਿਆ ਭਾਈਚਾਰਾ ਆ, ਜਿਸ ਟਾਈਮ ਦੁੱਲੋ ਪੰਜਾਬ ਦਾ ਪ੍ਰਧਾਨ ਸੀ ਨਾ, ਉਸ ਟਾਈਮ ਕੈਪਟਨ ਨੇ ਕਹਿ ਦਿੱਤਾ ਸੀ ਮੈਂ ਇਹਨੂੰ ਪ੍ਰਧਾਨ ਮੰਨਦਾ ਨਹੀਂ ਹੈ। ਕੈਪਟਨ ਜੋ ਹੈ ਇਹ ਐਸਸੀ ਭਾਈਚਾਰੇ ਦਾ, ਬਾਲਮੀਕਿਆ ਭਾਈਚਾਰੇ ਦਾ ਜਿੰਨਾ ਸਕੂਲ ਕਾਸਟ ਆ, ਇਹ ਉਹਨਾਂ ਦਾ ਵਿਰੋਧੀ ਆ, ਇਹ ਉਹਨਾਂ ਨੂੰ ਚੰਗਾ ਨਹੀਂ ਸਮਝਦਾ। ਕੈਪਟਨ ਦੇ ਵਿੱਚ ਈਗੋ ਆ ਬਹੁਤ ਜ਼ਿਆਦਾ, ਇਹਨਾਂ ਨੂੰ ਨੀਵੇਂ ਕਰਕੇ ਰੱਖਣਾ ਚਾਹੁੰਦਾ ਆ। ਮਸੀਂ ਜਾ ਕੇ ਚੰਨੀ ਇੱਕ ਮਿਲਿਆ ਆ। ਮੈਂ ਸਾਰੇ ਪੰਜਾਬ ਵਾਲਿਆਂ ਨੂੰ, ਜਿੰਨਾ ਵੀ ਸਾਡਾ ਪੰਜਾਬ ਦਾ, ਚਾਹੇ ਹਰਿਆਣੇ ਚਾਹੇ ਯੂਪੀ ਵਿੱਚ, ਜਿੱਥੇ ਤੱਕ ਸਾਡਾ ਐਸੀ ਭਾਈਚਾਰਾ ਬੈਠਾ, ਬਾਲਮੀਕਿਆ ਭਾਈਚਾਰਾ, ਕੰਧ ਬਣ ਕੇ ਚੰਨੀ ਦੇ ਮਗਰ ਖੜੇ ਹੋ ਜਾਣਾ ਚਾਹੀਦਾ। ਦੇਖੋ ਬੰਦਾ ਭਾਵੇਂ ਜਿਹੜੀ ਮਰਜ਼ੀ ਆ, ਬਾਬੇ ਨਾਨਕ ਨੇ ਬੰਦਿਆਂ ਵਿੱਚ ਫਰਕ ਨਹੀਂ ਰੱਖਿਆ, ਜਾਤਾਂ ਪਾਤਾਂ ਸਾਰੀਆਂ ਖਤਮ ਆ। ਇੱਕ ਚੰਗਾ ਬੰਦਾ, ਚਾਹੇ ਚੰਗੀ ਔਰਤ, ਚਾਹੇ ਚੰਗਾ ਕੋਈ ਜਿਹੜਾ ਸਾਡੇ ਅੱਛਾ ਗਵਰਨੈਂਸ ਦੇ ਸਕੇ, ਪੰਜਾਬ ਨੂੰ ਸੰਭਾਲ ਸਕੇ। ਇੱਕ ਏਦਾਂ ਦੇ ਚੋਰਾਂ ਦੇ ਕੋਲੋਂ, ਪਹਿਲਾਂ ਬਾਦਲ ਚੋਰ, ਉਹਨਾਂ ਨੇ ਲੁੱਟ ਕੇ ਪੰਜਾਬ ਖਾ ਲਿਆ। ਕੈਪਟਨ ਦੇ ਨਾਲ ਦਾ ਸ਼ੈਲਫਿਸ਼ ਬੰਦਾ ਨਹੀਂ ਦੇਖਿਆ। ਇੰਨੀ
ਬੜੀ ਦੇਰ ਦਾ ਜਦੋਂ ਅਕਾਲੀ ਦਲ ਨੇ ਉਹਨੂੰ ਟਿਕਟ ਨਹੀਂ ਸੀ ਦਿੱਤੀ ਉਦੋਂ ਰੋਂਦਾ ਪਿੱਟਦਾ ਫਿਰਦਾ ਸੀਗਾ। ਹੁਣ ਦੇਖੋ ਕਿੰਨਾ ਐਸ਼ਪ੍ਰਸਤੀ ਕਰਕੇ ਅੱਜ ਦੇ ਟਾਈਮ 'ਚ ਇਹਨੂੰ ਪੁੱਛੋ ਵੀ ਜਿਹੜਾ ਸਿਸਮਾ ਮਹਿਲ ਬਣਾਇਆ ਉਹ ਕਿੱਥੋਂ ਪੈਸਾ ਆ ਗਿਆ ਸਾਰਾ। ਇਹ ਜਿੰਨੇ ਚੋਰ ਅਲੀ ਬਾਬਾ 40 ਚੋਰ ਦੇ ਦੁਆਲੇ ਸੀਗੇ ਨਾ ਲੀਡਰ, ਉਹ ਸਾਰਾ ਕੈਪਟਨ ਨੂੰ ਮਹੀਨਾ ਪਹੁੰਚਾਉਂਦੇ ਸੀਗੇ। ਇਸ ਕਰਕੇ ਮੈਂ ਸਿੱਧੂ ਨੂੰ ਵੀ ਰਿਕਵੈਸਟ ਕਰੂੰਗਾ, ਨਾਲੇ ਤਾਂ ਜਿਹੜਾ ਬੰਬ ਬਲਾਸਟ ਹੋਇਆ ਸੀ ਤਲਵੰਡੀ ਸਾਬੋ ਉਹਦਾ ਹਿਸਾਬ ਦੇਣ, ਨਾਲੇ 150 ਬੰਦਾ ਸ਼ਰਾਬ ਨਾਲ ਮਰਿਆ, ਡਿਸਟਿਲਰੀ ਨਾਲ ਮਰਿਆ, ਇਹ ਸਾਰਿਆਂ ਦਾ ਹਿਸਾਬ ਸਿੱਧੂ, ਸੁੱਖੀ ਰੰਧਾਵਾ, ਚੰਨੀ ਸਾਹਿਬ, ਇਹਨਾਂ ਨੂੰ ਸਾਰਿਆਂ ਨੂੰ ਕੱਢ ਕੇ ਉਹਨਾਂ ਦਾ ਹਿਸਾਬ ਤਾਂ ਦੇਣਾ ਚਾਹੀਦਾ। ਜੇ ਤੁਸੀਂ 3 ਮਹੀਨੇ ਲਈ ਏਦਾਂ ਹੀ ਲੰਮ ਲਪੇਟਾ ਆਪਣੀਆਂ ਕੁਰਸੀਆਂ ਦੀ ਈਗੋ ਇੱਕ ਦੂਜੇ ਦੇ ਉੱਪਰ ਐਕਸ਼ਨ ਕਰੋਗੇ, ਉਹ ਚੰਗਾ ਨਹੀਂ ਹੈ। ਪੰਜਾਬ ਨੂੰ 3 ਮਹੀਨੇ ਲਈ ਚੰਗਾ ਗਵਰਨੈਂਸ ਦਿਓ। ਦੇਖੋ ਭਗਵੰਤ ਮਾਨ ਨੇ ਕਿੱਦਾਂ ਚੁਣ ਕੇ ਕੱਢੇ ਸੀਗੇ ਸਾਰੇ, ਅੱਜ ਕਿੱਦਾਂ ਮਾਧੋ ਦਾ ਦੀਵਾ ਮਿੱਟੀ ਦਾ ਦੀਵਾ ਬਣਿਆ ਪਿਆ। ਭਗਵੰਤ ਮਾਨ ਨੂੰ ਕੋਈ ਬੇਰਾਂ ਦੇ ਭਾਅ ਨਹੀਂ ਪੁੱਛਦਾ, ਇਹਨੇ ਬਰਬਾਦ ਕੀਤੀ ਆਮ ਆਦਮੀ ਪਾਰਟੀ। ਗਾਹ ਨੂੰ ਵੀ ਉਮੀਦ ਨਹੀਂ ਹੈ, ਹੁਣ ਸਿਰਫ ਚੰਨੀ ਤੇ ਉਮੀਦ ਆ। ਇਹਦੇ ਵਿੱਚ ਪਾਰਟੀਆਂ ਨਾ ਦੇਖੋ ਸਰ, ਬੰਦਾ ਦੇਖੋ ਵੀ ਪੰਜਾਬ ਨੂੰ ਸੰਭਾਲ ਕਿਹੜਾ ਸਕਦਾ ਆ। ਪੰਜਾਬ ਦੇ ਵਿੱਚ ਇੰਨੀ ਦੁਰਦਸ਼ਾ ਹੋਈ ਆ, ਮੈਂ ਅਖਬਾਰ ਪੜ੍ਹਦਾ ਸੀ, ਵਿੱਚੋਂ ਦੇਖਿਆ 20 ਬੰਦੇ ਪੰਜਾਬ ਦੇ ਵਿੱਚ ਨਸ਼ੇ ਦੇ ਨਾਲ ਜਿਨ੍ਹਾਂ ਨੇ ਮਾਂ ਮਾਰਤੀ, ਕਿਸੇ ਨੇ ਪੇ ਮਾਰਤਾ, ਕਿਸੇ ਨੇ ਭਰਾ ਨੂੰ ਮਾਰਤਾ, ਇਹ ਨਸ਼ਿਆਂ ਨਾਲ ਮਰੇ ਆ। ਇਹ ਜਿੰਨਾ ਨਸ਼ੇ ਨਾਲ ਸਾਡੀ ਜਵਾਨੀ ਨੂੰ ਬਰਬਾਦ ਕਰਨ ਤੇ ਕੈਪਟਨ ਤੇ ਬਾਦਲ ਸਾਹਿਬ ਹੋਏ ਪਏ ਆ। ਚੰਨੀ ਹੋਣਾ, ਸੁੱਖੀ ਰੰਧਾਵੇ ਤੇ ਬਹੁਤ ਸਾਨੂੰ ਮਾਣ ਆ, ਸਿੱਧੂ ਤੇ ਬਹੁਤ ਮਾਣ ਆ। ਇਹ ਗਵਰਨਰ ਚੰਗਾ ਫਿਰ ਪੰਜਾਬ ਨੂੰ ਬਚਾ ਲੈਣੇ ਆ। ਪੰਜਾਬ ਨੂੰ ਕੋਈ ਬਚਾਉਣ ਵਾਲਾ ਹੈ ਨਹੀਂਗਾ। ਜਿਹੜਾ ਸੁਖਬੀਰ ਬਾਦਲ ਆ ਦਿਮਾਗ ਚੋਂ ਕੱਢ ਦੇਵੇ। 10 ਸਾਲ ਤਾਂ ਇਹਨਾਂ ਨੇ ਪਹਿਲਾਂ ਥੇ ਕਰ ਛੱਡਿਆ ਪੰਜਾਬ ਦਾ, ਹੁਣ ਕਹਿੰਦਾ ਕਿ ਮੈਨੂੰ ਦੁਬਾਰਾ ਮੁੱਖ ਮੰਤਰੀ ਬਣਾਓ। ਇਹਨਾਂ ਨੂੰ ਤਾਂ ਕੋਈ ਬੇਰਾਂ ਦੇ ਭਾਅ ਨਹੀਂ, ਚਾਹੇ ਕੈਪਟਨ ਆ, ਚਾਹੇ ਬਾਦਲ ਆ, ਚਾਹੇ ਸੁਖਬੀਰ ਬਾਦਲ ਆ, ਇਹ ਤੱਤੇ ਤਵੇ ਤੇ ਬਹਿ ਜਾਣ। ਆਪਣੀ ਪੈਂਟ ਲਾ ਕੇ ਇਹਨਾਂ ਤੇ ਯਕੀਨ ਨਾ ਕਰੋ ਕੋਈ ਵੀ। ਪੰਜਾਬ ਦੇ ਵਿੱਚ ਜਿੰਨਾ ਸਾਡਾ ਇਹਨਾਂ ਨੇ ਦੁਰਦਸ਼ਾ ਪੰਜਾਬ ਦੀ ਇਹਨਾਂ ਨੇ ਕੀਤੀ, ਕਿਸੇ ਨੇ ਕੀਤੀ। ਹੁਣ ਇਹਨਾਂ ਨੂੰ ਕੋਈ ਪੁੱਛਣ ਵਾਲਾ ਨਹੀਂ ਹੈ। ਜਿਨ੍ਹਾਂ ਦੇ ਕੋਲ ਘਰ ਦੇ ਵਿੱਚ ਅਚਾਨਕ ਹੀ ਛਾਪਾ ਮਾਰ ਲੈਂਦੇ ਆ, ਸਾਰੀ ਪੁਲਿਸ ਹੇੜਾਂ ਨੂੰ ਭੇਜ ਦਿੰਦੇ ਆ। ਅੱਜ ਤੱਕ ਕਿਸੇ ਦਾ ਨਿਆਂ ਨਹੀਂ ਕੈਪਟਨ ਨੇ ਦਿੱਤਾ। ਕੋਈ ਵੀ ਜਿੰਨੇ ਵੀ ਹੈਗੇ ਅੱਜ ਤੱਕ ਭਗਵੰਤ ਮਾਨ ਦੀ ਈਗੋ ਨੇ ਬਰਬਾਦ ਕੀਤੀ ਚੀਜ਼ੀ ਧਰ ਜਿਹੜੀ ਉੱਠੀ ਸੀ। ਅੱਜ ਤਾਂ NRI ਬੰਦਿਆਂ ਨੇ ਪੈਸਾ ਬਾਲਟੇ ਭਰ ਦਿੱਤੇ ਆ, ਬੋਰੇ ਭਰ ਦਿੱਤੇ। ਸਾਰਾ ਪੈਸਾ ਇਹਨੂੰ ਪੁੱਛਣ ਵਾਲਾ ਹੋਵੇ ਝੰਡੇ ਅਮਲੀ ਨੂੰ ਕਿੱਥੇ ਚਲੇ ਗਿਆ ਉਹ ਪੈਸਾ। ਇਹਨਾਂ ਦੀ ਈਗੋ ਨੇ ਬਰਬਾਦ ਕੀਤਾ ਪੰਜਾਬ। ਚੰਨੀ ਦੇ ਮਗਰ ਸਾਰਿਆਂ ਨੂੰ ਕੰਧ ਬਣ ਕੇ ਖੜ ਜਾਣਾ ਚਾਹੀਦਾ। ਮੈਂ ਇਹ ਰਿਕੁਐਸਟ ਕਰੂੰਗਾ, ਨਾਲੇ ਪੂਰੀ ਸਪੋਰਟ ਕਰੋ। ਜਿਹੜੇ ਸਾਡੇ 700 ਸਾਡਾ ਕਿਸਾਨ ਸ਼ਹੀਦ ਹੋ ਗਿਆ ਔਰ ਉਹਨਾਂ ਦੇ 10 ਮਹੀਨੇ ਹੋ ਗਏ ਬੈਠਿਆਂ ਨੂੰ, ਉਹਨਾਂ ਨੂੰ ਸਪੋਰਟ ਕਰੋ ਵੱਧ ਤੋਂ ਵੱਧ। ਫਾਈਨੈਂਸ ਦੀ ਜਿੰਨੀ ਵੀ ਜਿੱਧਰੋਂ ਵੀ ਆਪਣੀ ਹੈਸੀਅਤ ਮੁਤਲਕ ਸਪੋਰਟ ਕਰ ਸਕਦੇ ਆ, ਕਿਸਾਨੀ ਨੂੰ ਸਪੋਰਟ ਕਰੋ। ਔਰ ਜਿੰਨੇ ਵੀ ਬੰਦੇ ਲੀਡਰ ਆ, ਚਾਹੇ ਆ ਰਾਣਾ ਆ, ਗੁਰਜੀਤ ਰਾਣਾ, ਇਹ ਹੁਣ ਸਾਰੇ ਜਿੰਨੇ ਵੀ ਅਲੀ ਬਾਬਾ 40 ਚੋਰ ਕਿਤੇ ਏਦਾਂ ਨਾ ਚੱਕ ਕੇ ਲੈ ਕੇ ਤਰਫੋਂ ਸਿੱਧੂ, ਜਿੰਨੇ ਗੰਦੇ ਬੰਦੇ ਆ ਪਰੇ ਕੱਢੋ, ਉਹਨਾਂ ਤੇ ਐਕਸ਼ਨ ਕਰੋ ਤਾਂ ਤੁਹਾਨੂੰ ਕੋਈ ਦਿਖਾਵਾਂਗੇ। ਨਹੀਂ ਤਾਂ ਐਂਡ ਤੇ ਆ ਕੇ ਤੁਹਾਡਾ ਹਾਲਾਤ ਫਿਰ ਉਦੋਂ ਵੀ ਸ਼ੁਕਰੀਆ, ਬੜੀ ਮਿਹਰਬਾਨੀ। ਸਤਿ ਸ਼੍ਰੀ ਅਕਾਲ ਜੀ। ਅਗਲੇ ਕਾਲਰ ਸਾਡੇ ਨਾਲ ਜੁੜ ਚੁੱਕੇ ਨੇ, ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ। ਹਾਂਜੀ, ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਮੈਂ ਕੈਲੀਫੋਰਨੀਆ USA ਤੋਂ ਬੋਲਦਾ ਜੀ। ਜੀ ਹਾਂਜੀ, ਮੈਂ ਤੁਹਾਡਾ ਲਾਈਵ ਸੁਣ ਰਿਹਾ ਸੀਗਾ। ਜਿੱਦਾਂ ਚੰਨੀ ਸਾਹਿਬ ਸਾਡੇ ਮੁੱਖ ਮੰਤਰੀ ਬਣੇ ਆ, ਬਹੁਤ ਵਧੀਆ ਹੈਗੇ ਆ। ਉਹਨਾਂ ਨੂੰ ਆਪਾਂ ਓਵਰਆਲ ਦੇਖਦੇ ਆ, ਉਹਨਾਂ ਦਾ ਮੀਡੀਆ ਦੇ ਵਿੱਚ ਨਾ ਉਹ ਵਧੀਆ ਗੱਲਾਂ ਕਰਦੇ ਆ। ਉਹਨਾਂ ਨੇ ਆਪਣੀ ਸਿਕਿਉਰਿਟੀ ਜਿਹੜੀ ਹੈ ਘੱਟ ਕੀਤੀ ਆ। ਐਂਡ ਉਹਨਾਂ ਨੂੰ ਹੁਣ ਚਾਹੀਦਾ ਹੈਗਾ ਪੰਜਾਬ ਦੇ ਜਿਹੜੇ ਮਸਲੇ ਜਿਵੇਂ ਪੰਜਾਬ ਦੇ ਬਹੁਤ ਸਾਰੇ ਕਰਜ਼ੇ ਹੋਏ ਆ, ਐਂਡ ਸਾਰੇ ਟੈਕਸਾਂ ਨੂੰ ਨਾਲ ਲੈ ਕੇ ਐਂਡ ਜਿਹੜਾ ਜਾਤ ਪਾਤ ਆ ਉਹਦੇ ਉੱਤੇ ਵੀ ਧਿਆਨ ਦੇਣ। ਉਹ ਉਹਨਾਂ ਨੂੰ ਚਾਹੀਦਾ ਕਿ ਤੁਸੀਂ ਜਾਤ ਪਾਤ ਨਾ ਕਰੋ, ਪੰਜਾਬੀ ਕਰੋ। ਪੰਜਾਬ ਦੇ ਬਾਕੀ ਪੰਜਾਬ ਇੱਦਾਂ ਦਾ ਨਹੀਂ ਚਾਹੀਦਾ। ਤੇ ਮੈਂ ਵੀ ਇੱਕ ਜੱਟ ਸਿੱਖ ਭਾਈਚਾਰੇ ਵਿੱਚੋਂ ਹਾਂ, ਪਰ ਮੈਂ ਐਪਰੀਸ਼ੀਏਟ ਕਰਦਾ, ਉਹਨਾਂ ਨੂੰ ਸਪੋਰਟ ਕਰਦਾ ਕਿ ਇੱਕ ਚੰਗੇ ਪੜ੍ਹੇ ਲਿਖੇ ਸਾਨੂੰ ਜਿਹੜੇ CM ਮਿਲੇ ਆ ਪੰਜਾਬ ਨੂੰ। ਜਿਹੜੇ ਪਹਿਲਾਂ ਬਾਦਲ ਸੀ, ਕੈਪਟਨ ਸੀਗੇ, ਇਹਨਾਂ ਸਾਰਿਆਂ ਨੇ ਰਲ ਮਿਲ ਕੇ ਪੰਜਾਬ ਨੂੰ ਅੱਜ ਇਸ ਹਾਲਾਤ ਤੇ ਖੜਾ ਕਰ ਦਿੱਤਾ ਕਿ ਲੋਕ ਆਪਸ ਵਿੱਚ ਲੜ ਰਹੇ ਆ। ਇਹ ਸਾਰੇ ਹਾਲਾਤਾਂ ਦੇ ਜ਼ਿੰਮੇਵਾਰ ਇਹ ਆ, ਨਾ ਕਿ ਕੋਈ ਚੰਨੀ ਆ ਜਾਂ ਕੋਈ ਜਾਤ ਪਾਤ ਹੈਗੀ ਆ। ਸੋ ਜਾਤ ਪਾਤ ਸਾਡਾ ਇਤਿਹਾਸ ਹੀ ਹੈਗਾ, ਸਾਡੇ ਗੁਰੂ ਸਾਹਿਬ ਨੇ ਵੀ ਇਹਦਾ ਵਿਰੋਧ ਕੀਤਾ। ਪਰ ਅਸੀਂ ਸਾਰੇ ਬਹੁਤ ਖੁਸ਼ ਹੈਗੇ ਹਾਂ ਜਿਹੜੇ ਚੰਨੀ ਸਾਹਿਬ ਨੂੰ ਦੇਖਦੇ ਹਾਂ। ਉਹਨਾਂ ਨੇ 1000 ਬੰਦਾ ਸਿਕਿਉਰਿਟੀ ਦਾ ਬੰਦ ਕੀਤਾ ਆਪਣਾ, ਵੀ ਲੋਕਾਂ ਦੇ ਵਿੱਚ ਪੈਸਾ ਲਾਓ। ਇਹ ਬਹੁਤ ਚੰਗੀ ਗੱਲ। ਮੈਂ ਕਿਹਾ ਪਹਿਲਾ ਹੈਗਾ ਜਿਹਨੇ ਇਹਨਾਂ ਦੇ ਬਿਆਨ ਦਿੱਤੇ ਪੰਜਾਬ ਦਾ ਪੈਸਾ ਸੇਵ ਕਰ। ਸੋ ਇਹ ਹੁਣ ਜਾਰ ਨਹੀਂ ਸਕਦੇ ਹੈਗੇ ਦੂਸਰੇ ਜਿੰਨੇ ਪਾਰਟੀਆਂ ਦੇ ਜੱਟ ਸਿੱਖ ਸਾਡੇ ਲੀਡਰ ਆ, ਇਹ ਚਾਹੁੰਦੇ ਆ ਸਾਰੀ
ਹਰ ਇੱਕ ਕੁਰਸੀ ਸਾਡੇ ਕੋਲ ਚਾਹੀਦੀ ਹੈ, ਕੋਈ ਗਰੀਬ ਬੰਦਾ ਅੱਗੇ ਨਹੀਂ ਆ ਜੀ ਸਕਦਾ। ਜੀ ਸ਼ੁਕਰੀਆ ਜੀ, ਸ਼ੁਕਰੀਆ। ਤੇ ਅਗਲੇ ਕਾਲਰ ਸਾਡੇ ਨਾਲ ਜੁੜ ਚੁੱਕੇ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਢਿੱਲੋਂ ਸਾਹਿਬ, ਮੈਂ ਭੁਪਿੰਦਰ ਹੁੰਦਲ ਫਰੈਂਡਸ ਆਫ ਪੰਜਾਬ ਫਾਊਂਡੇਸ਼ਨ ਸ਼ਿਕਾਗੋ। ਹਾਂਜੀ ਹੁੰਦਲ ਸਾਹਿਬ, ਪਛਾਣ ਲਿਆ ਮੈਂ। ਦੇਖੋ, ਇੱਕ ਤੇ ਨੈਚੁਰਲੀ ਜਿਹੜਾ ਆਪਣਾ ਚੰਨੀ ਸਾਹਿਬ ਹੈ, ਇਹਨਾਂ ਦੀ ਸਿੰਪਲਿਸਿਟੀ, ਇਹਨਾਂ ਦੀ ਐਜੂਕੇਸ਼ਨ ਉਹ ਪਲੱਸ ਤਾਂ ਹੀ ਬਣਦੀ ਹੁੰਦੀ ਹੈ ਜੇ ਲੀਡਰਸ਼ਿਪ ਦਾ ਦਰਦ ਹੋਵੇ, ਜਿਹੜੇ ਲੋਕ ਸਟਰਗਲ ਕਰ ਰਹੇ ਨੇ ਔਰ ਇਹਨਾਂ ਦਾ ਦਰਦ ਲੱਗਦਾ ਵੀ ਹੈਗਾ। ਤੇ ਜਿਹੜੀ ਗੁੱਡ ਸਟਾਰਟਿੰਗ ਪੁਆਇੰਟ ਹੈ, ਗੁੱਡ ਪਰਸੈਪਸ਼ਨ ਹੈ, ਗੁੱਡ ਕਾਮੈਂਟਸ ਆ ਰਹੇ ਨੇ ਪਬਲਿਕ ਵੱਲੋਂ। ਹੋਰ ਵੀ ਜਿਹੜੀ ਪ੍ਰੋਬਲਮ ਹੈ ਇਹਨਾਂ ਨੂੰ ਵੀ, ਤੇ ਕੋਈ ਹੋਰ ਵੀ ਚੰਗੀ ਗਵਰਨਮੈਂਟ ਆ ਜਾਏ, ਉਹ ਜਿਹੜਾ ਲੋਅਰ ਲੈਵਲ ਦਾ ਆ। ਅਸੀਂ ਐਗਜ਼ਾਮਪਲ ਮੈਂ ਤੁਹਾਨੂੰ ਕੁਇਕਲੀ ਦੱਸਦਾ ਵੀ ਬਾਗੇ ਪੁਰਾਣੇ ਮੋਗੇ ਦੇ ਏਰੀਏ ਦੇ 3 ਫੈਮਲੀਆਂ ਦੀ ਸਾਨੂੰ ਰਿਕੁਐਸਟ ਆਈ ਜੀ, ਉਹਨਾਂ ਦੇ ਵੀਡੀਓ ਆਏ, ਉਹਨਾਂ ਦੇ ਸਾਡੇ ਵਲੰਟੀਅਰ ਨੇ ਵੈਰੀਫਾਈ ਕੀਤਾ ਵੀ ਉਹਨਾਂ ਦਾ ਹਾਲ ਬੁਰਾ, ਵੀ ਹਸਬੈਂਡ ਦੀ ਡੈਥ ਹੈ, ਜਾਇਦਾਦ ਕੋਈ ਨਹੀਂ, ਹੈਂਡੀਕੈਪ ਬੱਚੇ ਨੇ, ਇੱਕ ਵਿਚਾਰੀ ਆਪਣੀ ਰੇਹੜੀ ਲਾ ਕੇ ਰੋਟੀ ਖਾਂਦੀ ਆ। ਚਲੋ ਅਸੀਂ ਉਹਨਾਂ ਦੀ ਹੈਲਪ ਤੇ ਕਰ ਰਹੇ ਸੀ ਕਿ ਵੀ ਉਹਨਾਂ ਨੂੰ ਪੈਨਸ਼ਨ ਕਿਉਂ ਨਹੀਂ ਮਿਲਦੀ। ਹੁਣ ਤਿੰਨਾਂ ਦੀ ਇਨਕੁਆਇਰੀ ਇਹ ਆਏਗੀ, ਇੱਕ ਦੀ ਜੇ ਪਹਿਲਾਂ ਲਿਸਟ ਦੇ ਵਿੱਚ ਨਾਂ ਸੀ ਕੱਟਤਾ, ਸਾਨੂੰ ਨਹੀਂ ਪਤਾ ਕਿਹਨੇ ਕਟਾਤਾ। ਦੂਜਿਆਂ ਦਾ ਜੀ ਇਹਨਾਂ ਦੀ ਡਾਕੂਮੈਂਟੇਸ਼ਨ ਪੂਰੀ ਨਹੀਂ ਸੀ ਤਾਂ ਨਹੀਂ ਇਹਨਾਂ ਦੀ ਹੋ ਸਕੀ। ਇਸੇ ਤਰ੍ਹਾਂ ਮਨਰੇਗਾ ਦੇ ਜਿਹੜੇ ਕੋਈ ਕੰਮ ਅਸੀਂ ਆਪਣੇ ਪਿੰਡ 'ਚ ਕਰਵਾ ਰਹੇ ਹਾਂ, ਜੇ ਉਹ ਇੱਕ ਅਫੀਸ਼ੀਅਲ ਔਨੈਸਟ ਹੈ, ਜਿਹੜਾ ਦੂਜਾ ਹੈ ਉਹ ਲੱਤ ਡਾਉਂਦਾ ਹਮੇਸ਼ਾ ਵੀ, ਉਹ ਤਾਂ ਸਿੱਧੇ ਕਹਿੰਦਾ ਵੀ ਮੈਨੂੰ ਪੈਸੇ ਦਿਓ। ਸੋ ਜਿਹੜਾ ਚੈਲੰਜ ਆਉਣਾ ਉਹ ਸਭ ਤੋਂ ਵੱਡਾ ਚੈਲੰਜ ਇਹਨਾਂ ਲਈ ਆ ਜਾਂ ਹੋਰ ਵੀ ਚੰਗੀ ਗਵਰਨਮੈਂਟ ਲਈ ਆ। ਲੋਅਰ ਤਬਕਾ ਇਹ ਜਿਹੜੀ ਟ੍ਰਾਂਸਪੇਰੈਂਸੀ ਤੇ ਜਿਹੜਾ ਲਥਾਰਜਿਜ਼ਮ ਕਹਿ ਲਓ ਜਾਂ ਜਿਹੜਾ ਛੋਟੇ ਲੈਵਲ ਤੇ ਹੇਰਾਫੇਰੀ ਚੱਲੀ ਹੋਈ ਹੈ, ਇਹ ਬਹੁਤ ਵੱਡੀ ਕੈਂਸਰ ਹੈ ਆਪਣੇ ਪੰਜਾਬ ਦੇ। ਥੈਂਕ ਯੂ ਜੀ। ਜੀ ਸ਼ੁਕਰੀਆ ਜੀ। ਢਿੱਲੋਂ ਜੀ, ਮੈਂ ਸਾਰੇ ਜਿਹੜੇ ਸਾਡੇ ਸੂਝਵਾਨ ਸਰੋਤੇ ਆਏ ਹੈ, ਦਰਸ਼ਕਾਂ ਜਿਨ੍ਹਾਂ ਨੇ ਟੈਲੀਫੋਨ ਕੀਤਾ, ਉਹਨਾਂ ਦੀ ਇਕੱਠੀ ਹੋਈ ਗੱਲ ਕਰ ਦਿੰਦੇ ਹਾਂ ਕਿ ਅਸੀਂ ਉਸ ਗੁਰੂ ਦੇ, ਸਾਡਾ ਜਿਨ੍ਹਾਂ ਨੇ ਕਿਹਾ ਸੀ ਕਿ ਮਾਨਸ ਕੀ ਜਾਤ ਸਭ ਹੈ ਇੱਕ ਹੈ ਪਹਿਚਾਨ ਵੋ, ਤੇ ਇਹਨਾਂ ਲੋਕਾਂ ਨੇ ਉਹਨੂੰ ਪੈਰਾਂ ਥੱਲੇ ਧਰ ਕੇ ਇੱਥੇ ਜਾਤੀਵਾਦ, ਫਿਰਕਾ ਪ੍ਰਸਤੀ, ਖਿੱਤਿਆਂ ਦੀ ਵੰਡ, ਭਾਸ਼ਾਵਾਂ ਦੀ ਵੰਡ ਦੇ ਆਧਾਰ ਤੇ ਰਾਜਨੀਤੀ ਕੀਤੀ ਹੈ। ਮੈਂ ਸਮਝਦਾ ਕਿ ਕੋਈ ਜ਼ਰੂਰੀ ਨਹੀਂ। ਦੇਖੋ, ਇੱਕ ਬਹੁਤ ਵੱਡਾ ਰਾਜਾ ਖਾਨਦਾਨ ਦਾ ਬੰਦਾ, ਅੱਜ ਉਹਨੂੰ ਤੋਏ ਕਰਦੇ ਆ। ਅਜੇ ਦਿਨ ਤਾਂ 5 ਹੋਏ ਨੇ ਚੰਨੀ ਸਾਹਿਬ ਨੂੰ ਕੰਮ ਕਰਦਿਆਂ ਨੂੰ। ਉਹਨਾਂ ਨੇ 5 ਦਿਨਾਂ ਦੇ ਵਿੱਚ ਜਿਹੜੀ ਝਲਕ ਦਿਖਾਈ ਹੈ, ਉਸ ਤੋਂ ਲੋਕਾਂ ਨੂੰ ਆਸ ਵੱਜੀ ਹੈ। ਇਕੱਲੇ ਸਾਡੇ 'ਚ ਨਹੀਂ, ਵਿਦੇਸ਼ਾਂ ਤੱਕ ਆਸ ਵੱਜੀ ਹੈ ਕਿ ਉਹ ਕੋਈ ਨਾ ਕੋਈ ਕੰਮ ਜ਼ਰੂਰ ਇਹ 3 ਮਹੀਨਿਆਂ 'ਚ ਕਰ ਦਿਖਾਉਣਗੇ। ਇਹ ਉਹੀ ਸਥਿਤੀ ਹੈ ਜਿਵੇਂ ਇੱਕ ਦਿਨ ਵਾਸਤੇ ਅਨਿਲ ਕਪੂਰ ਮੁੱਖ ਮੰਤਰੀ ਬਣਾਇਆ ਗਿਆ ਸੀ ਅਮਰੀਸ਼ ਪੁਰੀ ਵੱਲੋਂ, ਤੇ ਉਹਨੇ ਇੱਕ ਦਿਨ ਦੀ ਝਲਕ ਨੇ ਅਜਿਹੀ ਸਥਿਤੀ ਪੈਦਾ ਕਰਤੀ ਕਿ ਅਗਲੇ 5 ਸਾਲਾਂ ਵਾਸਤੇ ਉਹਨੂੰ ਬਣਾਇਆ। ਜਿਹੜੀਆਂ ਚੋਰ ਮੋਰੀਆਂ ਇੱਥੇ ਲੱਗੀਆਂ ਪਈਆਂ ਨੇ, ਮਘੋਰੇ ਵੱਡੇ ਨੇ, ਇਹਨਾਂ ਦੀਆਂ ਤਿਜੋਰੀਆਂ 'ਚ ਪੈਸੇ ਜਾ ਰਹੇ ਨੇ ਤੇ ਸਰਕਾਰੀ ਖਜ਼ਾਨਾ ਜਿਹੜਾ ਹੈਗਾ ਉਹ ਚੀਕਾਂ ਮਾਰ ਰਿਹਾ ਕਿ ਕੋਈ ਦਵਾਨੀ ਮੇਰੇ ਇਹਦੇ 'ਚ ਪਾ ਵੀ ਦਿਓ, ਸਾਰੀਆਂ ਸਹੂਲਤਾਂ ਕੱਢੋ ਵਾਲਾ ਕੰਮ ਚੱਲਦਾ ਹੈਗਾ। ਦੂਜੀ ਚੀਜ਼ ਜਿਹੜੀ ਸਾਬਕਾ ਮੁੱਖ ਮੰਤਰੀ ਸਾਹਿਬ ਪ੍ਰਕਾਸ਼ ਸਿੰਘ ਬਾਦਲ ਜਾਂ ਕੈਪਟਨ ਅਮਰਿੰਦਰ ਸਿੰਘ ਨੇ ਰਾਗ ਅਲਾਪੇ, ਉਹਨਾਂ ਤੇ ਉਹ ਖਰੇ ਨਹੀਂ ਉਤਰੇ। ਜਿਹੜੀ ਗੱਲ ਇੱਕ ਕਾਲਰ ਨੇ ਕੀਤੀ ਸੀ ਜਾਖੜ ਸਾਹਿਬ ਦੀ, ਜਾਖੜ ਸਾਹਿਬ ਨੇ, ਮੈਂ ਥੋੜਾ ਜਿਹਾ ਕਲੀਅਰ ਕਰ ਦਿਆਂ ਕਿ ਉਹਨਾਂ ਨੇ ਕਿਸੇ ਵੀ ਕੁਰਸੀ ਲੈਣ ਤੋਂ ਨਾ ਕਰਤੀ ਹੈ, ਕਿਉਂਕਿ ਜੇ ਵੋਟਾਂ ਦੇ ਹਿਸਾਬ ਨਾਲ ਦੇਖਿਆ ਜਾਵੇ ਵਿਧਾਇਕਾਂ ਦੀਆਂ ਤਾਂ ਸਭ ਤੋਂ ਵੱਧ ਵੋਟਾਂ 80 ਚੋਂ 38 ਉਹਨਾਂ ਨੂੰ ਪਈਆਂ ਸੀ। 18 ਸੁਖਜਿੰਦਰ ਸਿੰਘ ਰੰਧਾਵੇ ਨੂੰ, 12 ਬੀਬੀ ਪ੍ਰਨੀਤ ਕੌਰ ਨੂੰ, ਤੇ 5 ਸ਼ਾਇਦ ਨਵਜੋਤ ਸਿੰਘ ਸਿੱਧੂ ਦੇ ਹੱਕ 'ਚ ਵਿਧਾਇਕ ਖੜੇ ਸੀ। ਇੱਕ ਵਾਰ ਸਾਰੇ ਦੇ ਸਾਰੇ ਉਧਰਲੇ ਪਾਸੇ ਉਲਰ ਗਏ ਸਨ। ਇਹਦੇ ਵਿੱਚੋਂ ਜਿਹੜਾ ਇਹ ਚੰਨੀ ਸਾਹਿਬ ਦਾ ਨਾਂ ਆਇਆ, ਚੰਨੀ ਸਾਹਿਬ ਨੇ ਕੁਝ ਗੱਲਾਂ ਸ਼ੁਰੂਆਤ ਕੀਤੀਆਂ ਨੇ ਕਿ ਮੇਰੀ ਸਿਕਿਉਰਿਟੀ ਦੇ ਵਿੱਚ 1000 ਬੰਦਾ, 200 ਗੱਡੀ, ਇੱਥੇ ਥਾਣਿਆਂ ਦੇ ਵਿੱਚ ਸ਼ਾਮ ਨੂੰ ਪਾਣੀ ਪਿਆਉਣ ਵਾਸਤੇ ਮੁਨਸ਼ੀ ਤੋਂ ਇਲਾਵਾ ਕੋਈ ਨਹੀਂ ਹੁੰਦਾ। ਸੋ ਜੇ ਉਹਨਾਂ ਨੇ ਇਹ ਕੰਮ ਕੀਤਾ ਕਿ ਸਿਕਿਉਰਿਟੀ ਘਟਾ ਦਿਓ, ਇਹ ਗੱਡੀਆਂ ਹੋਰਨਾਂ ਥਾਵਾਂ ਤੇ ਭੇਜ ਦਿਓ, ਸਮਾਂ ਥੋੜਾ ਹੈ। ਜੇ ਤੁਸੀਂ ਇਹੀ ਬਚਤ ਕਰ ਗਏ ਚੰਨੀ ਸਾਹਿਬ, ਤਾਂ ਮੈਂ ਦਾਅਵੇ ਨਾਲ ਕਰਦਾ ਕਿ ਕਰੋੜਾਂ ਰੁਪਈਆ ਸਰਕਾਰ ਦੇ ਖਜ਼ਾਨੇ 'ਚ ਬਿਨਾਂ ਕੁਝ ਕੀਤਿਆਂ ਆ ਜਾਏਗਾ। ਕਾਲਰਾਂ ਨੇ ਗੱਲ ਕੀਤੀ ਹੈ ਸ਼ਰਾਬ ਵਾਲੀ। ਇਹ ਸ਼ਰਾਬ ਮਾਫੀਆ ਬਹੁਤ ਵੱਡਾ ਹੈ। ਜਿਵੇਂ ਤੁਸੀਂ ਰੇਤ ਨੂੰ ਠੱਲ ਪਾਉਣ ਵਾਸਤੇ ਕਦਮ ਉਠਾਉਣੇ ਸ਼ੁਰੂ ਕਰ ਦਿੱਤੇ ਨੇ, ਕਾਂਗਰਸ ਦਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਜਿਹੜਾ ਗੱਲ ਕਰਦਾ ਹੈ
ਤੇਲੰਗਾਨਾ ਦੀ ਗੱਲ ਕਰਦਾ ਸੀ, ਤਾਮਿਲਨਾਡੂ ਦੀ ਗੱਲ ਕਰਦਾ ਸੀ, ਜਿੱਥੇ ਸ਼ਰਾਬ ਦੀ ਖਪਤ ਪੰਜਾਬ ਨਾਲੋਂ ਘੱਟ ਹੈ ਤੇ ਪੈਸਾ ਜ਼ਿਆਦਾ ਹੈ। ਜੀ ਇੱਥੇ ਖਪਤ ਦੁੱਗਣੀ ਹੈ ਤੇ ਪੈਸਾ 10ਵਾਂ ਹਿੱਸਾ ਵੀ ਨਹੀਂ ਖਜ਼ਾਨੇ 'ਚ ਜਾਂਦਾ। ਸੋ ਇਹ ਚੀਜ਼ ਜੇ ਇਹਦੀ ਵੀ ਨੀਤੀ ਬਣਾ ਕੇ ਤੁਸੀਂ ਕਾਰਪੋਰੇਸ਼ਨ ਬਣਾ ਗਏ ਤਾਂ ਸਮਝ ਲਓ ਖਜ਼ਾਨੇ 'ਚ ਕੁਛ ਨਾ ਕੁਛ ਆਵੇਗਾ। ਅਸੀਂ ਜਾਤ ਪਾਤ ਵਾਲੀਆਂ ਚੀਜ਼ਾਂ ਨੂੰ ਛੱਡ ਗਏ। ਇੱਕ ਰੀਨਾ ਜਿਹੜੀ ਗੱਲ ਹੁੰਦਲ ਸਾਹਿਬ ਨੇ ਕੀਤੀ ਹੈ ਕਿ ਪੈਨਸ਼ਨਾਂ ਕਟਾਤੀਆਂ, ਦੂਜਾ ਕਟਾਤੀਆਂ, ਅਸਲ ਦੇ ਵਿੱਚ ਸਾਡਾ ਜਿਹੜਾ ਆਚਰਣ ਹੈ ਨਾ, ਇਹ ਆਚਰਣ ਬਹੁਤ ਨਿਮਾਣ ਵੱਲ ਨੂੰ ਤੁਰ ਪਿਆ। ਅਸੀਂ ਸੋਚਿਆ ਸੀ ਕਿ ਸਾਡੇ ਜਿਹੜੇ ਰਾਜਸੀ ਆਗੂ ਨੇ ਇਹ ਸਾਡੇ ਲਈ ਚਾਨਣ ਮਨਾਰਾ ਹੋਣਗੇ, ਪਰ ਇਹਨਾਂ ਨੇ ਜੋ ਬੇੜਾ ਗਰਕ ਕੀਤਾ ਹੈ, ਫਿਰ ਲੋਕ ਸਾਰਿਆਂ ਨੂੰ ਉਸੇ ਨਜ਼ਰ ਨਾਲ ਵੇਖਣ ਲੱਗ ਜਾਂਦੇ ਨੇ। ਅਸੀਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀਆਂ 5 ਪਾਰੀਆਂ ਤੇ ਕੈਪਟਨ ਅਮਰਿੰਦਰ ਸਿੰਘ ਦੀਆਂ ਲਗਭਗ 2.25 ਪਾਰੀਆਂ ਤੋਂ ਲੈਣਾ ਕੀ ਹੈ ਜੇ ਲੋਕਾਂ ਨੂੰ ਭੱਠ ਪਿਆ ਸੋਨਾ ਜਿਹੜਾ ਕੰਨਾਂ ਨੂੰ ਖਾਵੇ। ਜੇ ਉਹਨਾਂ ਨੇ ਲੋਕ ਨੀਤੀਆਂ ਦੇ ਉੱਤੇ ਖਰੇ ਨਹੀਂ ਉਤਰੇ, ਇਹਦੇ ਵਿੱਚ ਲੋਕਾਂ ਨੂੰ ਵੀ ਤਬਦੀਲੀ ਲਿਆਉਣੀ ਪਵੇਗੀ। ਆਹ ਜਿਹੜੀਆਂ ਪੈਨਸ਼ਨਾਂ ਨੇ, ਦੂਜਾ ਤੀਜਾ, ਇਹਦੇ ਉੱਤੇ ਜਿਹੜਾ ਪਿੰਡ ਦਾ ਘੜਮ ਚੌਧਰੀ ਅੱਗੇ ਲੱਗ ਗਿਆ, ਉਹਨੇ ਆਪਣੇ ਮੁਤਾਬਕ ਬਣਾ ਲੈਣੀਆਂ ਨੇ। ਆ ਜਦੋਂ ਕਰੋਨਾ ਮਹਾਮਾਰੀ ਦੇ ਵਿੱਚ ਅਸੀਂ ਦੇਖਿਆ ਜਿਨ੍ਹਾਂ ਘਰਾਂ ਦੇ ਵਿੱਚ 3-3 ਕੰਬਾਈਨਾਂ ਖੜੀਆਂ ਨੇ ਉਹ ਵੀ ਰਾਸ਼ਨ ਮੰਗ ਰਹੇ ਨੇ। ਜਿਸ ਬੰਦੇ ਦੇ ਘਰੇ 3 ਸਿਲੰਡਰ ਪਏ ਨੇ, ਸਾਰਾ ਸਮਾਨ ਪਿਆ, ਉਹ ਜਦੋਂ ਫੋਨ ਕਰਦਾ ਉਦੋਂ ਫਿਰ ਸ਼ਰਮ ਆਉਂਦੀ ਆ ਸਾਨੂੰ ਆਪਣੇ ਆਪ ਦੇ ਵਿੱਚ। ਮੈਂ ਇਹਨੂੰ ਇੱਥੋਂ ਦੀ ਇੱਕ ਉਦਾਹਰਨ ਯਾਦ ਹੈ। ਅਸੀਂ ਕਈ ਕਲੋਨੀਆਂ ਦੇ ਵਿੱਚ ਗਏ, ਉਹਨਾਂ ਕਲੋਨੀਆਂ ਦੇ ਵਿੱਚ ਕੁਝ ਇਹੋ ਜਿਹੇ ਚਿਹਰੇ ਆਏ ਜਿਹੜੇ 10-10 ਲਾਈਨਾਂ 'ਚ ਖੜ ਜਾਂਦੇ ਸੀ ਜਾ ਕੇ। ਜੇ ਘਰ ਦੇ 10 ਜੀ ਨੇ ਤਾਂ 10 ਥਾਂ ਤੇ ਖੜੇ ਨੇ। ਇੱਥੇ ਕੁਝ ਝੁੱਗੀਆਂ ਚੌਂਪੜੀਆਂ ਵਾਲੇ ਨੇ, ਉਹਨਾਂ ਦੇ ਕੋਲੇ ਜਦੋਂ ਗਏ ਤਾਂ ਅਸੀਂ ਉਹਨਾਂ ਨੂੰ ਕਿਹਾ ਵੀ ਤੁਹਾਨੂੰ, ਉਹ ਕਹਿੰਦੇ ਸਰਦਾਰ ਜੀ 2 ਦਿਨ ਦਾ ਸਾਡੇ ਕੋਲ ਵਾਧੂ ਖਾਣਾ ਪਿਆ, ਰਹਿਣ ਦਿਓ, ਜਦੋਂ ਲੋੜ ਪਈ ਅਸੀਂ ਲੈ ਲਾਂਗੇ। ਭਾਵ ਜਿਹੜਾ ਦਿਲ ਦਾ ਅਮੀਰ ਹੋਵੇ, ਦਿਲੋਂ ਰੱਜਿਆ ਵਾ ਹੋਵੇ, ਤੇ ਲੋਕ ਉਸ ਨੂੰ ਨਹੀਂ ਰਜਾ ਸਕਦੇ। ਸੋ ਮੇਰੇ ਕਹਿਣ ਦਾ ਮਤਲਬ ਸਾਨੂੰ ਕੁਝ ਨਾ ਕੁਝ ਤਬਦੀਲੀ, ਜਿੱਥੇ ਗੁਰੂਆਂ ਪੀਰਾਂ ਦੀ ਧਰਤੀ ਸੀ, ਅਸੀਂ ਆਪਣਾ ਪ੍ਰਚਾਰ ਕਰਨਾ ਸੀ। ਸਾਡੇ ਉਹ ਗੁਰੂ ਦੀਆਂ ਗੋਲਕਾਂ, ਗਰੀਬ ਗੁਰੂ ਸਾਹਿਬ ਨੇ ਕਿਹਾ ਸੀ ਕਿ ਗਰੀਬ ਦਾ ਮੂੰਹ ਗੁਰੂ ਦੀ ਗੋਲਕ, ਲੇਕਿਨ ਇੱਥੇ ਜਿਹੜੇ ਭਾਈ ਲਾਲੋਆਂ ਨੂੰ ਛੱਡ ਕੇ ਮਲਕ ਭਾਗੋ ਇਹਦੇ ਤੇ ਕਾਬਜ ਹੋ ਗਏ, ਔਰ ਮਲਕ ਭਾਗੋ ਗੁਰੂ ਦੀਆਂ ਗੋਲਕਾਂ ਨੂੰ ਆਪਣੀ ਰਾਜਨੀਤੀ ਲਈ ਵਰਤ ਰਹੇ ਨੇ। ਜੇ ਸਰਸੇ ਵਾਲੇ ਨੂੰ ਮਾਫੀ ਦਿੱਤੀ ਤਾਂ 91 ਲੱਖ ਦੇ ਇਸ਼ਤਿਹਾਰ ਉਹਦੇ ਤੇ ਖਰਚ ਤੇ। ਹੁਣ ਜਦੋਂ ਇਹ ਦਿੱਲੀ ਨੂੰ ਗਏ ਨੇ ਕਾਫਲਾ ਬੰਨ ਕੇ, ਤਾਂ ਸ਼੍ਰੋਮਣੀ ਕਮੇਟੀ ਦੀਆਂ ਗੱਡੀਆਂ ਵੀ ਉੱਥੇ ਮਿਲੀਆਂ। ਕੀ ਸ਼੍ਰੋਮਣੀ ਕਮੇਟੀ ਇਹਨਾਂ ਲਈ ਹੈ? ਜੇ ਮੁੱਖ ਮੰਤਰੀ ਦੇ ਤੌਰ ਤੇ ਚਰਨਜੀਤ ਸਿੰਘ ਚੰਨੀ ਮੱਥਾ ਟੇਕਣ ਜਾਂਦਾ ਹੈ, ਉਹਨੂੰ ਸਰੋਪਾ ਨਹੀਂ ਦਿੰਦੇ, ਤਾਂ ਇਹ ਤੁਹਾਡੇ ਸਰੋਪੇ ਨਾਲ ਕਿਸੇ ਨੇ ਵੱਡਾ ਨਹੀਂ ਹੋਣਾ, ਆਸ਼ੀਰਵਾਦ ਗੁਰੂ ਨੇ ਦੇਣੇ। ਸੋ ਕੱਲ ਜਦੋਂ ਉਹਦਾ ਵਿਰੋਧ ਹੋਇਆ ਰਾਮਾ ਮੰਡੀ ਦੇ ਵਿੱਚ, ਕਿਸਾਨਾਂ ਨੇ ਕੀਤਾ, ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਆਗੂ ਸਨ, ਔਰ ਇਸ ਕਰਕੇ ਹੋਇਆ। ਉਹ ਕਹਿੰਦਾ 25-25 ਹਜ਼ਾਰ ਮੁਆਵਜ਼ਾ ਦਿਓ। ਨਾਲ ਹੀ ਕਿਸਾਨਾਂ ਨੇ ਖੜਾ ਹੋ ਕੇ ਕਹਿਤਾ ਵੀ ਤੁਹਾਡੀ ਸਰਕਾਰ ਵੇਲੇ ਵੀ ਤਾਂ ਲੜ ਕੇ ਅਸੀਂ 8000 ਰੁਪਇਆ ਮੁਆਵਜ਼ਾ ਕਈ ਦਿਨਾਂ ਦੇ ਸੰਘਰਸ਼ ਤੋਂ ਬਾਅਦ ਲਿਆ ਸੀ, ਔਰ ਇਹ ਬੀਟੀ ਕਾਟਨ ਨਕਲੀ ਦਵਾਈਆਂ ਤੁਹਾਡੇ ਵੇਲੇ ਵੀ ਸੀ। ਉਹ ਭੁੱਲ ਗਏ ਸੁਖਬੀਰ ਸਿੰਘ, ਜਦੋਂ ਜੈਤੋ ਦੇ ਕੋਲੇ 30 ਲੱਖ ਰੁਪਇਆ ਇੱਕ ਮੰਤਰੀ ਨੂੰ ਦੇਣ ਵਾਸਤੇ ਕੰਪਨੀ ਵਾਲੇ ਜਾ ਰਹੇ ਸੀ, ਉਹ ਬਰਾਮਦ ਹੋਏ ਸੀ। ਉਹ ਕਿਹਨੇ ਕੀਤਾ ਸੀ? ਸੋ ਆਪ ਦਾ ਵੇਲਾ ਨਾ ਭੁੱਲੋ। ਜੇ ਤੁਸੀਂ ਇਸੇ ਕਰਕੇ ਤੁਹਾਡੇ ਨਾਲ ਅੱਜ ਕਿਸਾਨਾਂ ਵੱਲੋਂ ਵਿਰੋਧਤਾ ਕੀਤੀ ਜਾ ਰਹੀ ਹੈ, ਕਿਉਂਕਿ ਕਿਸਾਨਾਂ ਨੂੰ ਪਤਾ ਲੱਗ ਗਿਆ ਕਿ ਇਹ ਰਾਜਸੀ ਆਗੂ ਰਾਜਸੀ ਰੋਟੀਆਂ ਸੇਕਦੇ ਨੇ, ਸਾਨੂੰ ਵਰਤਦੇ ਨੇ। ਸੋ ਇਸ ਕਰਕੇ ਇਹਨਾਂ ਦਾ ਵਿਰੋਧ ਹੁੰਦਾ ਹੈਗਾ। ਅੱਜ ਕਿਸਾਨੀ ਅੰਦੋਲਨ ਦੇ ਉੱਤੇ ਲੋਕਾਂ ਨੂੰ ਆਸ ਵੱਜੀ ਹੈ। ਔਰ ਜਿਵੇਂ ਕੁਝ ਦਿਨਾਂ ਦੇ ਵਿੱਚ ਚੰਨੀ ਸਾਹਿਬ ਨੇ ਇੱਥੇ ਕਹਿੰਦੇ ਆ ਕਿ ਭੰਗੜੇ ਪਾਤੇ, ਤੁਸੀਂ ਲੋਕਾਂ ਦੇ ਚਿਹਰਿਆਂ ਦੇ ਉੱਤੇ ਉਦਾਸੀਆਂ ਵੇਖਣਾ ਚਾਹੁੰਦੇ ਹੋ? ਤੁਸੀਂ ਜੇ ਇੱਕ ਮੁੱਖ ਮੰਤਰੀ ਨੇ ਉੱਥੇ ਜਾ ਕੇ ਕਰਤਾ, ਇਹ ਤਾਂ ਗੱਲ ਕੀਤੀ ਨਹੀਂ ਕਿ ਜਿੰਨੀ ਫੌਜ ਤੁਸੀਂ ਲਈ ਫਿਰਦੇ ਹੋ ਉਹਨੇ ਆਪਦੀ ਫੌਜ ਅੱਧੀ ਵੀ ਕਰਤੀ। ਸੋ ਉਹ ਚੀਜ਼ਾਂ ਨਹੀਂ ਕਰਦੇ ਜਿਹੜੀ ਚੀਜ਼ ਆਪ ਨੂੰ ਭਾਉਂਦੀ ਹੈ। ਇਸੇ ਕਰਕੇ ਤਾਂ ਤੁਹਾਡੇ ਵਿਰੋਧ ਹੋ ਰਹੇ ਨੇ, ਕਿਉਂਕਿ ਤੁਸੀਂ ਲੋਕਾਂ ਦੇ ਨਾਲ ਨਹੀਂ ਖੜੇ। ਅਕਾਲੀ ਦਲ ਬਣਿਆ ਸੀ ਲੋਕਾਂ ਨਾਲ ਖੜਨ ਵਾਸਤੇ, ਕੁਰਬਾਨੀਆਂ ਦੇ ਕੇ ਬਣਿਆ ਸੀ, ਤੇ ਤੁਸੀਂ ਲੋਕਾਂ ਨਾਲ ਖੜਨ ਦੀ ਥਾਂ ਤੇ ਆਪਣੀਆਂ ਤਜੌਰੀਆਂ ਇਹਨਾਂ ਪ੍ਰਮੁੱਖ ਰਾਜਸੀ ਪਾਰਟੀਆਂ ਦੇ 1980 ਤੋਂ ਲੈ ਕੇ ਹੁਣ ਤੱਕ ਕੋਈ ਵਾਈਟ ਪੇਪਰ ਜਾਰੀ ਕਰਾ ਦਿਓ ਜਿਹਦੇ ਪਤਾ ਲੱਗੇ ਕਿ ਸਰਕਾਰੀ ਖਜ਼ਾਨਾ ਚੱਟ ਗਏ ਤੇ ਇਹਨਾਂ ਦੀਆਂ ਤਜੌਰੀਆਂ ਕਿੱਥੋਂ ਕਿੱਥੇ ਪਹੁੰਚ ਗਈ। ਜੀ ਸਹੀ ਕਿਹਾ ਤੁਸੀਂ ਢਿੱਲੋਂ ਜੀ। ਬਹੁਤ ਵਧੀਆ ਗੱਲਾਂ ਤੁਸੀਂ ਜਿਹੜੀਆਂ ਦਰਸ਼ਕਾਂ ਨੇ ਸਾਂਝੇ ਕੀਤੀਆਂ। ਤੁਹਾਡਾ ਬਹੁਤ ਬਹੁਤ ਧੰਨਵਾਦ। ਸ਼ੁਕਰੀਆ, ਮਿਹਰਬਾਨੀ।
ਇਹ ਸਨ ਜਸਪਾਲ ਸਿੰਘ ਢਿੱਲੋਂ ਜੀ, ਜਿਨ੍ਹਾਂ ਨੇ ਕਿ ਇਸ ਪੂਰੇ ਮੁੱਦੇ ਤੇ ਆਪਣੇ ਵਿਚਾਰ ਦਰਸ਼ਕਾਂ ਦੇ ਨਾਲ ਸਾਂਝੇ ਕੀਤੇ ਨੇ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ। ਮੈਨੂੰ ਦਿਓ ਇਜਾਜ਼ਤ। ਧੰਨਵਾਦ। ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ iOS ਤੇ ਫ੍ਰੀ ਵਿੱਚ, roku ਅਤੇ Amazon Fire TV ਤੇ ਜਾਂ Apple TV ਤੇ। ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ।